ਪੌੜੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਸੰਦੇਸ਼ ਬਖਸ਼ਦੇ ਹਨ। ਝੱਖ ਬੋਲਣ, ਝੱਖ ਦਾ ਅਰਥ ਹੁੰਦਾ ਹੈ ਆਵਾ ਤਵਾ ਬੋਲੀ ਜਾਣਾ। ਜਿਸ ਬੋਲਣ ਦੇ ਵਿੱਚ ਕੋਈ ਚੰਗੀ ਜੋਗ ਵਿਚਾਰ ਨਾ ਹੋਵੇ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਇਹ ਝੱਖਾ ਮਾਰ ਰਿਹਾ ਹੈ। ਝੱਖ ਬੋਲਣ ਜਿਹੜਾ ਆਵਾ ਤਵਾ ਬੋਲਣਾ ਹੈ। ਕਿਆ ਜਗ ਸੋ ਵਾਦ, ਵਾਦ ਦਾ ਅਰਥ ਹੁੰਦਾ ਲੜਾਈ ਦਾ ਖੜਾ ਕਰ ਲੈਣਾ। ਜਦੋਂ ਅਸੀਂ ਆਵਾ ਤਵਾ ਬੋਲਾਂਗੇ ਤੇ ਫਿਰ ਇੱਥੇ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਅਸੀਂ ਵਾਦ ਵਿਵਾਦ ਹੀ ਖੜਾ ਕਰਾਂਗੇ। ਤੇ ਵਾਦ ਵਿਵਾਦ ਇੱਕ ਇਸ ਤਰ੍ਹਾਂ ਦਾ ਸਮਾਂ ਹੁੰਦਾ ਹੈ ਜਿਸ ਸਮੇਂ ਦੇ ਵਿੱਚ ਮਨੁੱਖ ਦੇ ਵਿੱਚ ਕ੍ਰੋਧ ਵੀ ਆ ਜਾਂਦਾ ਹੈ ਤੇ ਅੰਦਰ ਦੀ ਜਿਹੜੀ ਸ਼ਾਂਤੀ ਹੈ ਉਹ ਵੀ ਭੰਗ ਹੁੰਦੀ ਹੈ। ਕ੍ਰੋਧ ਆ ਗਿਆ, ਅੰਦਰ ਦੀ ਸ਼ਾਂਤੀ ਨਹੀਂ ਰਹੀ ਤੇ ਫਿਰ ਮਨ ਇਹਨਾਂ ਜਿਹੜਾ ਇਹ ਪ੍ਰਭੂ ਪਰਮਾਤਮਾ ਦੇ ਨਾਮ ਰਸ ਦੇ ਨਾਲ ਨਹੀਂ ਜੁੜ ਸਕਦਾ। ਤਾਂ ਕਰਕੇ ਧੰਨ ਗੁਰੂ ਮਹਾਰਾਜ ਜੀ ਸਾਨੂੰ ਗੁਰਬਾਣੀ ਦੇ ਅੰਦਰ ਦੱਸਦੇ ਨੇ, ਬੋਲਤ ਬੋਲਤ ਬੜੇ ਵਕਾਰਾ, ਬਿਨ ਬੋਲੇ ਕਿਆ ਵਿਚਾਰਾ। ਜਿੱਥੇ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ ਨਾ ਵੀ ਲੋੜ ਤੋਂ ਜ਼ਿਆਦਾ ਬੋਲਣ ਦੇ ਨਾਲ ਮਨੁੱਖ ਦੇ ਅੰਦਰ ਵਕਾਰ ਹੀ ਆਉਂਦੇ ਨੇ, ਉੱਥੇ ਸਾਨੂੰ ਇਹ ਦੱਸਿਆ ਵੀ ਬੋਲਣ ਤੋਂ ਬਿਨਾਂ ਵਿਚਾਰ ਵੀ ਨਹੀਂ ਹੁੰਦੀ। ਸੋ ਕਹਿਣ ਤੋਂ ਭਾਵ ਹੈ ਗੁਰੂ ਮਹਾਰਾਜ ਜੀ ਦਾ ਕਿ ਜਿਤਨਾ ਵੀ ਅਸੀਂ ਬੋਲਣਾ ਹੈ ਉਤਨਾ ਵਿਚਾਰਵਾਨ ਹੋ ਕੇ ਬੋਲਣਾ ਹੈ। ਚੰਗੀਆਂ ਸ਼ੁਭ ਵਿਚਾਰਾਂ ਨੇ ਜਿਹੜੀਆਂ ਗੁਰਮਤਿ ਵਾਲੀਆਂ ਵਿਚਾਰਾਂ ਨੇ, ਗੁਰਮਰਿਆਦਾ ਵਾਲੀਆਂ ਜੋ ਵਿਚਾਰਾਂ ਨੇ, ਉਹਨਾਂ ਦਾ ਜਿਹੜਾ ਬੋਲਣਾ ਹੈ ਉਹ ਠੀਕ ਹੈ। ਝੱਕ ਬੋਲਣ ਤੇ ਐਵੇਂ ਅਵਾ ਤਵਾ ਜਿਹੜਾ ਬੋਲਣਾ ਹੈ, ਕਿਆ ਜਗ ਸੋ ਬਾਦ, ਇਹਦਾ ਕੀ ਬੋਲਣਾ ਹੈ। ਇਹ ਜਗਤ ਦੇ ਵਿੱਚ ਜੇ ਇਸ ਤਰ੍ਹਾਂ ਬੋਲਣ ਦਾ ਸੁਭਾਅ ਹੈ ਤੇ ਫਿਰ ਭਾਈ ਕਲੇਸ਼ ਹੀ ਖੜਾ ਕਰੀਦਾ ਹੈ ਜੀ। ਝੂਰ ਮਰੈ ਦੇਖੈ ਪਰਮਾਦ, ਝੂਰ ਦਾ ਅਰਥ ਹੁੰਦਾ ਝੋਰਾ ਲੱਗ ਜਾਣਾ। ਅਸੀਂ ਖੇਤੀ ਕਰਦੇ ਹਾਂ, ਜੇ ਕਿੱਲੇ ਦੇ ਵਿੱਚੋਂ ਕੋਈ 10 ਮਣ ਦਾਣੇ ਘੱਟ ਹੋ ਜਾਣ ਤੇ ਫਿਰ ਸਾਨੂੰ ਝੋਰਾ ਲੱਗ ਜਾਂਦਾ ਵੀ ਸਾਡੀ ਐਤਕੀ ਫਸਲ ਘੱਟ ਗਈ ਹੈ, ਦਾਣੇ ਘੱਟ ਗਏ ਨੇ। ਇਸੇ ਤਰ੍ਹਾਂ ਹੋਰ ਵੀ ਕਈ ਨੇ ਜੋ ਮਨੁੱਖ ਨੂੰ ਝੋਰੇ ਲੱਗ ਜਾਂਦੇ ਨੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਸ ਤਰ੍ਹਾਂ ਦੇ ਝੋਰੇ ਲਾਉਣ ਦਾ ਕੋਈ ਫਾਇਦਾ ਨਹੀਂ। ਝੋਰਾ ਲਾ ਤੇ ਝੋਰਾ ਲਾ ਵੀ ਉਹ ਪ੍ਰਭੂ ਪਰਮਾਤਮਾ ਦੀ ਮੈਨੂੰ ਪ੍ਰਾਪਤੀ ਹੋਵੇ, ਮੈਨੂੰ ਅਜੇ ਤੱਕ ਉਹਦੀ ਪ੍ਰਾਪਤੀ ਕਿਉਂ ਨਹੀਂ ਹੋਈ, ਇਹ ਝੋਰਾ ਹੋਣਾ ਚਾਹੀਦਾ ਹੈ। ਝੂਰ ਮਰੈ ਦੇਖੇ ਪਰਮਾਦ, ਪਰਮਾਦ ਦਾ ਅਰਥ ਵਾਹਿਗੁਰੂ ਹੈ। ਗੁਰਬਾਣੀ ਦੇ ਅੰਦਰ ਭਗਤਾਂ ਦੀ ਬਾਣੀ ਦੇ ਵਿੱਚ ਵੀ ਇਹ ਸ਼ਬਦ ਆਇਆ ਹੈ। ਭਗਤ ਜੀ ਉਚਾਰਨ ਕਰਦੇ ਨੇ, ਪਰਮਾਦ ਪੁਰਖ ਮਨੋਕਮੰ, ਪਰਮਾਦ ਪਰਮ ਆਦ, ਜੋ ਸਭ ਤੋਂ ਸ੍ਰੇਸ਼ਟ ਹੈ ਤੇ ਜਿਸ ਦਾ ਆਦ ਹੀ ਜਿਹੜਾ ਹੈ ਉਹ ਪਰਮ ਹੈ। ਦੇਖੇ ਪਰਮਾਦ, ਉਸ ਪਰਮਾਦ ਪਰਮਾਤਮਾ ਨੂੰ ਵੇਖਣਾ ਕਰੇ, ਇਹ ਸਾਡੇ ਅੰਦਰ ਝੋਰਾ ਹੋਣਾ ਚਾਹੀਦਾ ਹੈ। ਹੁਣ ਮੈਂ ਥੋੜਾ ਜਿਹਾ ਹੋਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਣ ਦਾ ਯਤਨ ਕਰਦਾ। ਝੱਖ ਬੋਲਣ ਕਿਆ ਜਗ ਸੋ ਬਾਦ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਐਵੇਂ ਅਵਾ ਤਵਾ ਜਿਹੜਾ ਬੋਲਣਾ ਹੈ ਨਾ, ਇਹ ਬੋਲਣਾ ਯੋਗ ਨਹੀਂ। ਇਸ ਤਰ੍ਹਾਂ ਅਵਾ ਤਵਾ ਬੋਲਣ ਦੇ ਨਾਲ ਕਈ ਵਾਰੀ ਸੰਸਾਰ ਦੇ ਵਿੱਚ ਲੜਾਈ ਝਗੜੇ ਹੋ ਜਾਂਦੇ ਨੇ, ਕਲੇਸ਼ ਖੜਾ ਹੋ ਜਾਂਦਾ ਹੈ। ਜਦੋਂ ਕਲੇਸ਼ ਖੜਾ ਹੋ ਗਿਆ ਤੇ ਫਿਰ ਮਨ ਦੀ ਸ਼ਾਂਤੀ ਜਿਹੜੀ ਉਹ ਭੰਗ ਹੋ ਜਾਂਦੀ ਹੈ। ਗੁਰਬਾਣੀ ਨੇ ਸਾਨੂੰ ਇਹ ਵੀ ਦੱਸਿਆ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਲੜਾਈ ਦੇ ਨਾਲੋਂ ਜਿੱਥੇ ਵੇਖ ਲੈਣਾ ਵੀ ਮੈਂ ਬੋਲਦਾ ਤੇ ਮੇਰੀ ਬੋਲਣ ਦੇ ਨਾਲ ਇਸ ਦੇ ਉੱਤੇ ਅਸਰ ਵਿਚਾਰਾਂ ਨਹੀਂ ਹੁੰਦੀਆਂ, ਇਹਨੂੰ ਸਮਝ ਨਹੀਂ ਆਉਂਦੀ, ਉੱਥੇ ਫਿਰ ਚੁੱਪ ਕਰ ਰਵੇ, ਲੜੇ ਨਾ। ਲੜਾਈ ਜਿਹੜੀ ਹੈ ਉਹ ਨਾ ਕਰੇ ਪਰ ਉੱਥੇ ਚੁੱਪ ਕਰ ਜਾਵੇ। ਸੋ ਗੁਰੂ ਮਹਾਰਾਜ ਜੀ ਇੱਥੇ ਵੀ ਰਹਿਮਤ ਕਰਦੇ ਨੇ ਕਿ ਇਸ ਤਰ੍ਹਾਂ ਵਾਧੂ ਘਾਟੂ ਬੋਲ ਕੇ ਤੇ ਸਾਨੂੰ ਲੜਾਈ ਤੋਂ ਬਚਾ ਹੀ ਰੱਖਣਾ ਚਾਹੀਦਾ ਹੈ। ਲੜਨਾ ਝਗੜਨਾ ਨਹੀਂ ਚਾਹੀਦਾ। ਮਨ ਦੀ ਸ਼ਾਂਤੀ ਜਿਹੜੀ ਹੈ ਉਹ ਭੰਗ ਹੁੰਦੀ ਹੈ। ਦੂਜੀ ਤੁਕ ਦੇ ਵਿੱਚ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਨੂੰ ਸੰਸਾਰਿਕ ਮਾਇਕੀ ਪਦਾਰਥ ਨੇ ਨਾ ਜਿਹੜੇ, ਇਹਨਾਂ ਦਾ ਝੋਰਾ ਨਹੀਂ ਹੋਣਾ ਚਾਹੀਦਾ। ਝੋਰਾ ਇਹ ਹੋਣਾ ਚਾਹੀਦਾ ਵੀ ਮੈਂ ਬੁੱਢਾ ਹੋ ਰਿਹਾ, ਮੇਰੀ ਜ਼ਿੰਦਗੀ ਦਾ ਅੰਤ ਹੋ ਰਿਹਾ ਹੈ ਤੇ ਅਜੇ ਤੱਕ ਮੈਨੂੰ ਪਰਮਾਤਮਾ ਨਹੀਂ ਮਿਲਿਆ। ਦੇਖੇ ਪਰਮਾਦ, ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰਨ ਦਾ ਝੋਰਾ ਹੋਣਾ ਚਾਹੀਦਾ ਹੈ ਜੀ। ਜਨਮ ਮੂਏ ਨਹੀਂ ਜੀਵਨ ਆਸਾ,
ਤੇ ਸੰਸਾਰ ਦੇ ਵਿੱਚ ਜਨਮ ਲਿਆਏ ਤੇ ਜਿਹਨੇ ਜਨਮ ਲਿਆਏ ਉਹਨੇ ਮਰਨਾ ਵੀ ਹੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਨਮ ਤੋਂ ਲੈ ਕੇ ਆਪਣੇ ਮਨ ਦੇ ਵਿੱਚ ਇਹ ਧਾਰਨ ਕਰ ਲਏ ਵੀ ਮੇਰਾ ਅੰਤ ਜ਼ਰੂਰ ਹੋਏਗਾ। ਜਨਮ ਹੋਏ, ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਜੀਵਨ ਹੈ ਨਾ, ਨਹੀਂ ਜੀਵਨ ਆਸਾ। ਤੇ ਇਸ ਜ਼ਿੰਦਗੀ ਦੇ ਵਿੱਚ ਕੋਈ ਵੀ ਆਸ ਨਾ ਰੱਖੇ ਬਿਨਾਂ ਅਕਾਲ ਪੁਰਖ ਵਾਹਿਗੁਰੂ ਤੋਂ। ਜਨਮ ਹੋਏ, ਜਨਮ ਲਿਆਏ ਜਿਹਨੇ ਉਹਨੇ ਮਰਨਾ ਵੀ ਹੈ, ਉਹ ਜਿੰਦਾ ਨਹੀਂ ਰਹੇਗਾ। ਤੇ ਜ਼ਿੰਦਗੀ ਹੈ ਜਿਹੜੀ, ਇਹਦੇ ਵਿੱਚ ਇੱਕੋ ਤੇ ਇੱਕ ਆਸ ਹੋਣੀ ਚਾਹੀਦੀ ਹੈ। ਉਹ ਆਸ ਹੋਵੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੀ। ਜਨਮ ਹੋਏ ਨੇ ਜੀਵਨ ਆਸਾ। ਇਸ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਨੇ ਕਿ ਗੁਰੂ ਸਵਾਰਿਆ, ਇਸ ਸੰਸਾਰ ਦੇ ਅੰਦਰ ਜਿਸ ਨੇ ਜਨਮ ਲਿਆ ਉਸ ਨੇ ਮਰਨਾ ਹੈ, ਤੇ ਤੈਨੂੰ ਵੀ ਜੰਮਣ ਮਰਨਾ ਹੈ ਨਾ ਜਿਹੜਾ, ਨਹੀਂ ਜੀਵਨ ਆਸਾ। ਤੇ ਜਿਉਣ ਦੀ ਆਸ ਹੈ ਜਿਹੜੀ, ਇਸਨੂੰ ਵੀ ਛੱਡਣਾ ਕਰ। ਆਏ ਚਲੇ ਭਈ ਆਸ ਨਿਰਾਸਾ। ਜਿਹੜਾ ਆਇਆ ਹੈ ਉਹਨੇ ਚਲੇ ਜਾਣਾ ਹੈ, ਭੈ ਆਸ ਨਿਰਾਸਾ। ਤੇ ਜਿਹੜੀਆਂ ਆਸਾਂ ਰੱਖੀਆਂ ਸੀ ਉਹ ਪੂਰੀਆਂ ਨਹੀਂ ਹੋਈਆਂ ਤੇ ਨਿਰਾਸ਼ ਹੋ ਕੇ ਗਿਆ ਦੁਨੀਆ ਤੋਂ। ਇਹਨਾਂ ਦੋਹਾਂ ਤੁਕਾਂ ਨੂੰ ਸੁਮੇਲ ਕਰਕੇ ਥੋੜਾ ਸਮਝਣਾ ਕਰੀਏ। ਜਨਮ, ਅਸੀਂ ਧਰਤੀ ਤੇ ਜਨਮ ਲਿਆ ਹੋਏ ਤੇ ਕਈ ਸਾਡੇ ਤੋਂ ਪਹਿਲੂ ਜਿਹੜੇ ਜਨਮ ਲੈ ਗਏ ਨੇ ਤੇ ਮਰ ਵੀ ਗਏ ਨੇ। ਨਹੀਂ ਜੀਵਨ ਆਸਾ, ਤੇ ਜਿਉਣ ਦੀ ਇੱਥੇ ਆਸ ਵੀ ਨਹੀਂ ਹੈਗੀ। ਜੇ ਅਸੀਂ ਆਖੀਏ ਨਾ ਵੀ ਅਸੀਂ ਜਿਉਂਦੇ ਹੀ ਰਵਾਂਗੇ ਤੇ ਇਹ ਆਸ ਸਾਡੇ ਅੰਦਰ ਗਲਤ ਲੱਗੀ ਹੋਈ ਹੈ। ਆਏ ਚਲੇ, ਆਉਣਾ ਤੇ ਜਾਣਾ, ਪਏ ਆਸ ਨਿਰਾਸਾ। ਜੇ ਅਸੀਂ ਸੰਸਾਰਿਕ ਆਸਾਂ ਰੱਖੀਆਂ ਹੋਈਆਂ ਨੇ ਤੇ ਇਹਨਾਂ ਆਸਾਂ ਕਰਕੇ ਅਸੀਂ ਨਿਰਾਸ਼ ਹੀ ਜਾਵਾਂਗੇ। ਜੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੀ ਆਸ ਹੋਵੇਗੀ ਤੇ ਫਿਰ ਅਸੀਂ ਨਿਰਾਸ਼ੇ ਨਹੀਂ ਜਾਂਦੇ। ਪ੍ਰਭੂ ਪਰਮਾਤਮਾ ਕਿਰਪਾ ਕਰੇਗਾ, ਉਹਦੇ ਚਰਨਾਂ ਨਾਲ ਜੁੜਨ ਵਾਲੀ ਜਿਹੜੀ ਆਸ ਗੁਰਸਿੱਖ ਦੇ ਅੰਦਰ ਹੁੰਦੀ ਹੈ ਉਹ ਪੂਰੀ ਕਰਦਾ ਹੈ ਜੀ। ਚੁਰ ਚੁਰ ਝਾਕ ਮਾਟੀ ਰਲ ਜਾਏ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਸ ਦੀ ਪ੍ਰਾਪਤੀ ਦਾ ਝੋਰਾ ਕਿੰਨਾ ਕੁ ਹੋਣਾ ਚਾਹੀਦਾ। ਇਤਨਾ ਝੋਰਾ ਹੋਣਾ ਚਾਹੀਦਾ, ਇਤਨਾ ਝੋਰਾ ਹੋਣਾ ਚਾਹੀਦਾ ਕਿ ਜਿਹੜੀ ਝਾਕੇ ਨਾ ਉਹ ਖਤਮ ਹੋ ਜਾਵੇ। ਵਾਦ ਵਿਵਾਦ ਜਿਹੜਾ ਅਵਾ ਤਵਾ ਬੋਲਣਾ ਹੈ ਨਾ, ਉਹ ਬੋਲਣਾ ਹੀ ਖਤਮ ਹੋ ਜਾਵੇ। ਮਾਟੀ ਰਲ ਜਾਏ ਤੇ ਆਪਣੇ ਅੰਦਰ ਇਤਨੀ ਨਿਮਰਤਾ ਹੀ ਹੋਣੀ ਚਾਹੀਦੀ ਹੈ ਜਿਵੇਂ ਮਿੱਟੀ ਸਾਡੇ ਪੈਰਾਂ ਦੇ ਥੱਲੇ ਰਹਿੰਦੀ ਹੈ। ਬਾਬਾ ਫਰੀਦ ਜੀ ਦਾ ਵੀ ਸ਼ਬਦ ਆਉਂਦਾ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਮਿੱਟੀ ਦੀ ਸਾਨੂੰ ਨਿੰਦਿਆ ਨਹੀਂ ਕਰਨੀ ਚਾਹੀਦੀ। ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਇੱਥੇ ਦ੍ਰਿਸ਼ਟਾਂਤ ਦਿੱਤਾ ਬਾਬਾ ਫਰੀਦ ਜੀ ਨੇ ਕਿ ਵੇਖ ਗੁਰਮੁਖਾ, ਮਿੱਟੀ ਹੈ ਜਿਹੜੀ ਸਾਰਿਆਂ ਤੋਂ ਨਿਉ ਕੇ ਰਹਿੰਦੀ ਹੈ, ਪੈਰਾਂ ਦੇ ਥੱਲੇ ਰਹਿੰਦੀ ਹੈ, ਤੇ ਜਦੋਂ ਮਰਦੇ ਆ ਇਹ ਫਿਰ ਸਾਰਿਆਂ ਦੇ ਉੱਪਰ ਹੋ ਜਾਂਦੀ ਹੈ। ਉਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਆਪਣੇ ਅੰਦਰ ਇਤਨੀ ਹਲੀਮੀ ਬਣਾ ਕੇ ਰੱਖਦੇ ਨੇ, ਸਾਰਿਆਂ ਤੋਂ ਨੀਵੇਂ ਹੋ ਕੇ ਰਹਿੰਦੇ ਨੇ ਨਾ, ਉਹ ਫਿਰ ਸਾਰਿਆਂ ਤੋਂ ਉੱਪਰ ਹੋ ਜਾਂਦੇ ਨੇ। ਚੁਰ ਚੁਰ ਝੱਕ ਮਾਟੀ ਰਲ ਜਾਏ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਆਪਣੇ ਅੰਦਰ ਇਤਨੀ ਨਿਮਰਤਾ ਹੀ ਰੱਖ ਕਿ ਸਾਰਿਆਂ ਦੇ ਪੈਰਾਂ ਦੀ ਮਿੱਟੀ ਬਣ ਕੇ ਰਹੇ। ਤੇ ਜਿਹੜੇ ਝੋਰੇ ਨੇ ਨਾ, ਇਹ ਝੋਰੇ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਹੋਣੇ ਚਾਹੀਦੇ ਨੇ। ਬਾਕੀ ਜਿਹੜੀਆਂ ਝੱਖਾਂ ਨੇ ਇਹਨਾਂ ਨੂੰ ਮਾਰ ਨਾ ਕਰ। ਕਾਲ ਨਾ ਚਾਪੈ ਹਰਿ ਗੁਣ ਗਾਏ। ਫਿਰ ਕਾਲ ਇਹਨਾਂ ਜਿਹੜਾ ਇਹ ਖਾ ਨਹੀਂ ਸਕਦਾ। ਚਾਪੇ ਦਾ ਅਰਥ ਹੁੰਦਾ ਚਬਾਉਣਾ। ਕਾਲ ਨਾ ਚਾਪੇ, ਫਿਰ ਕਾਲ ਸਾਨੂੰ ਚਬਾ ਨਹੀਂ ਸਕਦਾ। ਸਾਨੂੰ ਨਾ ਸਮਾਂ ਚਬਾ ਰਿਹਾ ਪਰ ਸਾਨੂੰ ਸਮਝ ਨਹੀਂ ਆ ਰਹੀ। ਜਿਵੇਂ ਵੇਖੋ, ਅਸੀਂ ਮੂੰਹ ਦੇ ਵਿੱਚ ਦਾਣਾ ਪਾਇਆ ਜਾਂ ਕੁਝ ਖਾਣ ਵਾਲਾ ਪਦਾਰਥ ਪਾਇਆ ਤੇ ਦੰਦਾਂ ਦੇ ਨਾਲ ਹੌਲੀ ਹੌਲੀ ਅਸੀਂ ਉਹਨੂੰ ਚਬਾ ਦਿੰਦੇ ਹਾਂ। ਚਬਾਉਂਦਿਆਂ ਫਿਰ ਇਤਨਾ ਬਰੀਕ ਕਰ ਲੈਂਦੇ ਹਾਂ ਕਿ ਉਹ ਸਾਡੇ ਅੰਦਰ ਜਾਣ ਦੇ ਯੋਗ ਹੋ ਜਾਂਦਾ ਹੈ। ਇਸੇ ਤਰ੍ਹਾਂ ਸਮਾਂ ਨਾ ਜਿਹੜਾ ਮੌਤ ਜਿਹੜੀ ਇਹ ਸਾਨੂੰ ਚਬਾ ਰਹੀ ਹੈ। ਅਸੀਂ ਬੱਚੇ ਸੀ, ਜਵਾਨ ਹੋ ਗਏ ਹਾਂ ਤੇ ਜਵਾਨ ਦੇ ਬਾਅਦ ਹੁਣ ਬੁਢਾਪਾ ਜਿਹੜਾ ਉਹ ਆ ਰਿਹਾ ਹੈ। ਇੱਕ ਦਿਨ ਇਤਨੇ ਅਸੀਂ ਕਮਜ਼ੋਰ ਹੋ ਜਾਵਾਂਗੇ ਕਿ ਮੌਤ ਜਿਹੜੀ ਉਹ ਸਾਨੂੰ ਆ ਜਾਣੀ ਹੈ। ਕਾਲ ਨਾ ਚਾਪੇ। ਹੁਣ ਇੱਥੇ ਗੁਰੂ ਮਹਾਰਾਜ ਜੀ ਇਹ ਸਾਡੇ ਤੇ ਰਹਿਮਤ ਕਰਦੇ ਨੇ ਕਿ ਜੇ ਤੂੰ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਲਾ ਹੋ ਜਾਵੇਂਗਾ ਨਾ, ਫਿਰ ਇਹ ਸਮੇਂ ਦੀ ਜਿਹੜੀ ਭੀੜ ਹੈ ਨਾ, ਸਮੇਂ ਦਾ ਜਿਹੜਾ
ਸਾਨੂੰ ਚੁਬਾਉਣਾ ਹੈ, ਇਹ ਨਹੀਂ ਹੋ ਸਕੇਗਾ। ਹਰ ਗੁਣ ਗਾਏ ਤੇ ਹਰੀ ਪਰਮਾਤਮਾ ਦੇ ਗੁਣ ਗਾਇਨ ਕਰਦਾ ਰਵੇਂਗਾ। ਸਮੇਂ ਦਾ ਚਵਾਣਾ ਜਿਹੜਾ, ਇਹਨੂੰ ਦਾਸ ਨੇ ਅੱਗੇ ਵੀ ਕਈ ਵਾਰੀ ਸਮਝਾਉਣ ਦਾ ਯਤਨ ਕੀਤਾ। ਹਰ ਮਨੁੱਖ ਦੀ ਕਰਮਾਂ ਦੀ ਕਿਤਾਬ ਅੰਮ੍ਰਿਤ ਵੇਲੇ ਖੁੱਲ੍ਹ ਜਾਂਦੀ ਹੈ। ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਤੇ ਸਾਡੇ ਕਰਮਾਂ ਦੀ ਕਿਤਾਬ ਦਾ ਉਹ ਪੰਨਾ ਹੈ ਨਾ ਜਿਹੜਾ, ਉਸ ਦਿਨ ਜੋ ਹੋਣਾ ਹੈ ਸਾਡੇ ਨਾਲ, ਉਹ ਲਿਖਿਆ ਹੋਇਆ ਉਸੇ ਤਰ੍ਹਾਂ ਖੁੱਲ੍ਹ ਜਾਂਦਾ ਹੈ। ਤੇ ਫਿਰ ਉਸ ਲਿਖੇ ਦੇ ਅਨੁਸਾਰ ਅਸੀਂ ਸਾਰਾ ਦਿਨ ਵਿਚਰਦੇ ਹਾਂ। ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਦੋਂ ਤੱਕ ਅਸੀਂ ਸੌਂਦੇ ਨਹੀਂ ਹੈਗੇ, ਉਦੋਂ ਤੱਕ ਉਹ ਸਾਡੇ ਕਰਮ ਨੇ ਜਿਹੜੇ, ਅਸੀਂ ਸਾਰੇ ਭੋਗਦੇ ਹਾਂ, ਭਾਵੇਂ ਉਹ ਚੰਗੇ ਨੇ ਤੇ ਭਾਵੇਂ ਮਾੜੇ ਨੇ। ਤੇ ਸਮੇਂ ਨੂੰ ਕਹਿੰਦੇ ਨੇ ਕਾਲ। ਕਾਲ ਦਾ ਅਰਥ ਸਮਾਂ, ਹਿੰਦੀ 'ਚ ਕਾਲ ਆਖ ਦਿੰਦੇ ਨੇ, ਸੰਸਕ੍ਰਿਤ 'ਚ ਕਾਲ ਆਖ ਦਿੰਦੇ ਨੇ, ਤੇ ਪੰਜਾਬੀ ਦੇ ਵਿੱਚ ਆਪਾਂ ਸਮਾਂ ਆਖਦੇ ਹਾਂ। ਕਾਲ ਨਾ ਚਾਪੇ, ਇਸ ਤਰ੍ਹਾਂ ਇਹ ਕਾਲ ਹੈ ਜਿਹੜਾ, ਇਹਨੇ ਜੋ ਸਾਡੇ ਕਰਮ ਲਿਖੇ ਹੋਏ ਨੇ ਸਮੇਂ ਦੇ ਅਨੁਸਾਰ, ਉਹ ਫਿਰ ਸਾਨੂੰ ਦਰੜ ਨਹੀਂ ਸਕਦੇ। ਹਰ ਗੁਣ ਗਾਏ, ਜੇ ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰਦੇ ਰਵਾਂਗੇ ਜੀ। ਪਾਈ ਨਵਨਿਤ ਹਰਿ ਕੈ ਨਾਏ। ਹਰੀ ਪਰਮਾਤਮਾ ਦਾ ਨਾਮ ਹੈ ਜਿਹੜਾ, ਇਹਦੇ ਨਾਲ 9 ਨਿਧੀਆਂ ਦੀ ਪ੍ਰਾਪਤੀ ਹੋ ਜਾਂਦੀ। 9 ਖਜ਼ਾਨੇ ਨੇ, ਇਹਨਾਂ ਦਾ ਵਿਖਿਆਨ ਆਪਾਂ ਅੱਗੇ ਕਈ ਵਾਰੀ ਕੀਤਾ ਹੈ। ਧੰਨ ਗੁਰਬਾਣੀ ਦੇ ਅੰਦਰ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇਹਨਾਂ ਦਾ ਵਿਖਿਆਨ ਕਰਦੇ ਨੇ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਇਹਦੇ ਨਾਲ 4 ਅੱਗੇ ਹੋਰ ਨੇ, 5 ਤੇ ਗੁਰੂ ਮਹਾਰਾਜ ਜੀ ਨੇ ਗਿਣੇ ਨੇ। ਇਹ 9 ਖਜ਼ਾਨੇ ਨੇ, ਇਹਨਾਂ ਨੂੰ 9 ਨਿਧੀਆਂ ਆਖਿਆ ਜਾਂਦਾ ਹੈ। ਪਾਈ ਨਵਨਿਧ ਹਰਿ ਕੈ ਨਾਏ, ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਲੇ ਨੂੰ 9 ਨਿਧੀਆਂ ਦੀ ਪ੍ਰਾਪਤੀ ਹੁੰਦੀ ਏ। ਅੰਦਰ ਉਹਦਾ ਸਭ ਤੋਂ ਸੁੰਦਰ ਹੋ ਜਾਂਦਾ ਹੈ, ਅੰਦਰ ਉਸ ਦੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਅੰਦਰ ਹਲੀਮਤਾ ਆ ਜਾਂਦੀ ਹੈ, ਅੰਦਰ ਹਰ ਪ੍ਰਕਾਰ ਦੀ ਵਿਦਿਆ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਬਰਕਤਾਂ ਰਹਿਮਤਾਂ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਹਨ। ਗਿਆਨੋ ਆਪੇ ਦੇਵੈ, ਆਪੇ ਦੇਵੈ ਸਹਿਜ ਸੁਪਾਏ। ਇਹ ਖੋਹ ਕੇ ਨਹੀਂ ਲਈਆਂ ਜਾ ਸਕਦੀਆਂ ਤੇ ਨਾ ਹੀ ਖਰੀਦੀਆਂ ਜਾ ਸਕਦੀਆਂ ਨੇ। ਨਾ ਹੀ ਖੋਹ ਕੇ ਲਈਆਂ ਜਾ ਸਕਦੀਆਂ ਨੇ ਤੇ ਨਾ ਹੀ ਖਰੀਦੀਆਂ ਜਾ ਸਕਦੀਆਂ ਨੇ। ਜੇ ਖੋਹ ਕੇ ਲਈਆਂ ਜਾਂਦੀਆਂ ਹੁੰਦੀਆਂ ਨਾ, ਤੇ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਤਾਕਤਵਰ ਬੰਦਾ ਸੀ, ਉਹਨੇ ਸਾਰੀਆਂ ਰੱਬ ਤੋਂ ਖੋਹ ਲੈਣੀਆਂ ਸਨ ਤੇ ਆਪਣੇ ਕਬਜ਼ੇ ਵਿੱਚ ਕਰ ਲੈਣੀਆਂ ਸਨ। ਤੇ ਜੇ ਖਰੀਦੀਆਂ ਜਾ ਸਕਦੀਆਂ ਹੁੰਦੀਆਂ ਤੇ ਫਿਰ ਪੈਸੇ ਵਾਲੇ ਨੇ ਇਹ ਸਾਰੀਆਂ ਦਾਤਾਂ ਖਰੀਦ ਕੇ ਰੱਖ ਲੈਣੀਆਂ ਸਨ। ਤੇ ਫਿਰ ਇਹ ਪ੍ਰਾਪਤ ਕਿਵੇਂ ਹੁੰਦੀਆਂ ਨੇ? ਇਹ ਪ੍ਰੇਮ ਦੇ ਨਾਲ ਭਗਤੀ ਕੀਤੀਆਂ ਇਹਨਾਂ ਦੀ ਪ੍ਰਾਪਤੀ ਹੁੰਦੀ ਏ। ਆਪੇ ਦੇਵੈ ਸਹਿਜ ਸੁਭਾਏ, ਵਾਹਿਗੁਰੂ ਦੇਣ ਲੱਗਾ ਕਾਹਲੀ ਵੀ ਨਹੀਂ ਕਰਦਾ। ਸਹਿਜ ਸੁਭਾਏ ਦਾ ਅਰਥ ਹੈ ਸੁਤੇ ਸਿੱਧ, ਸਹਿਜ ਅਵਸਥਾ ਦੇ ਨਾਲ। ਆਪੇ ਦੇਵੇ, ਆਪ ਹੀ ਪ੍ਰਭੂ ਪਰਮਾਤਮਾ ਦਿੰਦਾ ਹੈ। ਇੱਥੇ 26ਵੀਂ ਪੌੜੀ ਦੀ ਸਮਾਪਤੀ ਹੈ। ਮੈਨੂੰ ਇੱਕ ਵਾਰੀ ਫਿਰ ਥੋੜਾ ਜਿਹਾ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਚਾਹਵਾਨ ਹਾਂ। ਇਸ ਪੌੜੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਬੰਦਗੀ ਕਰਨ ਵਾਲੀ ਜੋ ਮਰਿਆਦਾ ਸਾਨੂੰ ਉਹ ਦੱਸੀਏ। ਜਿਵੇਂ ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਨੂੰ ਦੱਸਦੇ ਨੇ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚਲਣਾ, ਲੱਭ ਲੋਭ ਹੰਕਾਰ, ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਜ਼ਿਆਦਾ ਬੋਲਣਾ ਜਿਹੜਾ, ਇਹ ਵੀ ਗੰਨਾ ਹੈ। ਤੇ ਝੱਖ ਦਾ ਅਰਥ ਵੀ ਇਹੀ ਹੁੰਦਾ ਹੈ, ਲੋੜ ਤੋਂ ਬਿਨਾਂ ਬੋਲਣਾ, ਅਬਾ ਤਬਾ ਬੋਲਣਾ। ਪਹਿਲੋਂ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਹੈ, ਝੱਖ ਨਾ ਬੋਲ। ਭਾਈ ਵਾਧੂ ਘੱਟ ਹੋਏ ਨੇ ਜਿਹੜਾ, ਇਹ ਨਾ ਬੋਲ। ਝੱਖ ਬੋਲਣ ਕਿਆ ਜਗ ਸੋ ਬਾਦ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਇਹ ਸਿਧਾਂਤ ਅਸੀਂ ਪੱਲੇ ਬੰਨ੍ਹ ਲੈਣਾ ਹੈ ਕਿ ਲੋੜ ਤੋਂ ਜ਼ਿਆਦਾ ਨਹੀਂ ਬੋਲਣਾ। ਕੇਵਲ ਉਤਨਾ ਹੀ ਬੋਲਣਾ ਹੈ ਜਿਤਨੇ ਦੇ ਨਾਲ ਸਾਡੀਆਂ ਵਿਚਾਰਾਂ ਸਾਂਝੀਆਂ ਹੋ ਜਾਣ। ਫਿਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਦੂਸਰੀ ਤੁਕ ਦੇ ਵਿੱਚ ਸਾਨੂੰ ਦੱਸਦੇ ਨੇ, ਅਸੀਂ ਕਿਸੇ ਗੱਲ ਦਾ ਝੋਰਾ ਨਹੀਂ ਕਰਨਾ। ਝੋਰਾ ਜਿਹੜਾ ਹੈ ਉਹ ਇਸ ਗੱਲ ਦਾ ਕਰਨਾ ਹੈ ਕਿ ਦੇਖੇ ਪ੍ਰਮਾਦ, ਸਾਨੂੰ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਅਜੇ ਤੱਕ ਕਿਉਂ ਨਹੀਂ ਹੋਏ। ਬਾਬਾ ਫਰੀਦ ਜੀ ਦਾ ਇੱਕ ਬੜਾ ਪਿਆਰਾ ਸ਼ਲੋਕ ਆਉਂਦਾ ਹੈ। ਉਸ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਸਾਨੂੰ ਇਹ ਦੱਸਦੇ ਨੇ, ਦੇਖ ਬੰਦੇ ਕੇ ਭਾਗ ਅਜੇ ਸੋ ਰੱਬ ਨਾ ਬੋੜਿਆ, ਦੇਖ ਬੰਦੇ ਕੇ ਭਾਗ। ਜਦੋਂ ਬਾਬਾ ਫਰੀਦ ਜੀ ਬੜੇ ਬਜ਼ੁਰਗ ਹੋ ਗਏ ਸਨ ਨਾ, ਤੇ ਇਹਨਾਂ ਨੇ ਆਖਿਆ ਵੀ ਮੈਂ ਬੰਦਾ ਤੇ ਮੇਰੇ ਭਾਗ ਵੇਖੋ ਕਿਸ ਤਰ੍ਹਾਂ ਦੇ ਨੇ।
ਇਤਨਾ ਸਮਾਂ ਬੰਦਗੀ ਕਰਦੇ ਹੋਇਆ ਤੇ ਅਜੇ ਤੱਕ ਉਹ ਪਰਮਾਤਮਾ ਜਿਹੜਾ ਨਾ ਉਹ ਮੈਨੂੰ ਨਹੀਂ ਮਿਲਿਆ। ਇਹ ਝੋਰਾ ਹੋਣਾ ਚਾਹੀਦਾ ਸਾਨੂੰ। ਬਾਕੀ ਜਿਹੜੇ ਪਦਾਰਥ ਨੇ ਉਹ ਐਤਕੀ ਘੱਟ ਨੇ ਤੇ ਫਿਰ ਅੱਗੇ ਵੱਧ ਹੋ ਜਾਣਗੇ। ਇਹ ਵੱਧਦੇ ਘਟਦੇ ਰਹਿੰਦੇ ਨੇ। ਜਨਮ ਹੋਏ ਨਹੀਂ ਜੀਵਨ ਆਸਾ। ਜਿਹੜੇ ਉਸ ਪਰਮਾਤਮਾ ਦਾ ਝੋਰਾ ਨਹੀਂ ਕਰਦੇ, ਪਦਾਰਥਾਂ ਦਾ ਝੋਰਾ ਕਰਦੇ ਨੇ, ਉਹ ਜਨਮ ਤੋਂ ਲੈ ਕੇ ਮਰ ਜਾਂਦੇ ਨੇ, ਪਰ ਉਹਨਾਂ ਦੇ ਅੰਦਰ ਜਿਉਣ ਦੀ ਜਿਹੜੀ ਆਸਾ ਹੈ ਨਾ ਉਹ ਉਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ। ਇਹ ਨਹੀਂ ਹੋਣੀ ਚਾਹੀਦੀ। ਜਨਮ ਹੋਏ ਨਹੀਂ ਜੀਵਨ ਆਸਾ। ਜਿਹਨੇ ਜਨਮ ਲਿਆ ਉਹਨੇ ਮਰ ਜਾਣਾ ਹੈ। ਇੱਥੇ ਜਿਉਣ ਦੀ ਆਸਾ ਕਿਸੇ ਦੇ ਕੋਲ ਕੋਈ ਨਹੀਂ। ਪਤਾ ਨਹੀਂ ਕਦੋਂ ਕਿੰਦੀ ਫੂਕ ਨਿਕਲ ਜਾਣੀ ਹੈ। ਆਏ ਚਲੇ ਭਿਆਸਨ ਰਾਸਾ। ਇਸ ਤਰ੍ਹਾਂ ਦੇ ਮਨੁੱਖ ਨੇ ਜਿਹੜੇ ਉਹ ਆ ਕੇ ਤੇ ਚਲੇ ਗਏ ਨੇ ਤੇ ਆਸਾ ਉਹਨਾਂ ਨੇ ਜਿਹੜੀਆਂ ਬੰਨੀਆਂ ਸੀ ਉਹ ਤਾਂ ਮਿਲੀਆਂ ਨਹੀਂ ਤੇ ਫਿਰ ਨਿਰਾਸ਼ ਹੀ ਗਏ ਨੇ ਨਾ ਦੁਨੀਆ ਤੋਂ। ਚੋਰ ਚੋਰ ਚੱਕ ਮਾਟੀ ਰਲ ਜਾਏ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਸਾਨੂੰ ਕਿੰਨਾ ਕੁ ਉਸ ਪਰਮਾਤਮਾ ਦੀ ਪ੍ਰਾਪਤੀ ਦਾ ਝੋਰਾ ਕਰ ਲੈਣਾ ਚਾਹੀਦਾ। ਇਤਨਾ ਝੋਰਾ ਕਰਨਾ ਚਾਹੀਦਾ ਕਿ ਝੋਰਾ ਕਰਦਿਆਂ ਕਰਦਿਆਂ ਜਿਹੜੀਆਂ ਝੱਖਾਂ ਨੇ ਉਹ ਨਾਸ ਹੋ ਜਾਣ, ਮਿੱਟੀ ਹੋ ਜਾਣ ਤੇ ਆਪਣੇ ਅੰਦਰ ਜਿਹੜੀ ਹਲੀਮਤ ਆਈ ਹੈ ਨਾ ਉਹ ਇਤਨੀ ਆ ਜਾਵੇ ਕਿ ਸਾਰਿਆਂ ਦੀ ਚਰਨਾਂ ਦੀ ਧੂੜ ਬਣ ਕੇ ਰਵੇ। ਕਾਲ ਨਾ ਚਾਪੇ ਹਰ ਗੁਣ ਗਾਏ। ਇਹਦੇ ਨਾਲ ਸਭ ਤੋਂ ਵੱਡਾ ਸੁੱਖ ਇਹ ਮਿਲੇਗਾ ਕਿ ਸਾਡੇ ਕਰਮਾਂ ਦੀ ਜਦੋਂ ਕਿਤਾਬ ਖੁੱਲਿਆ ਕਰੇਗੀ ਨਾ ਫਿਰ ਉਹ ਸਾਨੂੰ ਦਰੜ ਨਹੀਂ ਸਕੇਗੀ, ਕਿਉਂਕਿ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਆ ਜਾਵਾਂਗੇ। ਫਿਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਇਸ ਦੇ ਨਾਲ ਇੱਕ ਹੋਰ ਦਾਤ ਮਿਲੇਗੀ। ਪਾਈ ਨਵ ਨਿਧ ਹਰ ਕਹਿ ਨਾਏ। ਹਰੀ ਪਰਮਾਤਮਾ ਦੇ ਨਾਮ ਦੇ ਨਾਲ 9 ਨਿਧੀਆਂ ਵੀ ਸਾਨੂੰ ਪ੍ਰਾਪਤ ਹੋ ਜਾਣੀਆਂ ਨੇ। ਆਪੇ ਦੇਵੇ ਸਹਿਜ ਸਪਾਏ। ਹੁਣ ਗੁਰੂ ਮਹਾਰਾਜ ਜੀ ਦੱਸਦੇ ਨੇ ਕਿ ਖੋ ਕੇ ਨਹੀਂ ਲਈਆਂ ਜਾਣੀਆਂ ਤੇ ਖਰੀਦੀਆਂ ਵੀ ਨਹੀਂ ਜਾਣੀਆਂ। ਫਿਰ ਉਹ ਪ੍ਰਭੂ ਪਰਮਾਤਮਾ ਜਦੋਂ ਟੁੱਟਦਾ ਹੈ, ਕਿਰਪਾ ਦੇ ਘਰ ਵਿੱਚ ਆਉਂਦਾ ਹੈ ਤੇ ਫਿਰ ਆਪ ਹੀ ਦੇ ਦਿੰਦਾ ਹੈ। ਸੁਤੇ ਸਿੱਧ ਜੀ ਗਿਆਨੋ ਬੋਲੇ ਆਪੇ ਬੁਝੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਬੋਲਣਾ ਜਿਹੜਾ ਹੈ ਨਾ ਇਹ ਵੀ ਅੱਤ ਦਾ ਜ਼ਰੂਰੀ ਹੈ। ਤੇ ਫਿਰ ਕਿਸ ਤਰ੍ਹਾਂ ਦਾ ਬੋਲਣਾ ਹੈ? ਗਿਆਨੋ ਇਹ ਨਿਆਂ ਹੈ। 2 ਅੱਖਰ ਨੇ 35 ਦੇ ਵਿੱਚ। ਇੱਕ ਅੱਖਰ ਹੈ ੰਗਾ ਤੇ ਦੂਜਾ ਅੱਖਰ ਹੈ ਨਿਆਂ। ਇਹ ਸਵਰਨੀ ਅੱਖਰ ਨੇ। ਇਹਨਾਂ ਦਾ ਅਰਥ ਕਰਦੇ ਹੋਇਆ ਗੱਗਾ ਅਰਥ ਹੈ ਨਾ ਜਿਹੜਾ ਗੱਗਾ ਅੱਖਰ ਹੈ ਜਿਹੜਾ ਉਹਦੇ ਨਾਲ ਇਹਦਾ ਅਰਥ ਲਿਆ ਜਾਂਦਾ ਹੈ। ਇੱਥੇ ਸ਼ਬਦ ਆਇਆ ਗਿਆਨੋ ਬੋਲੇ ਨਿਆਂ ਦੇ ਨਾਲ। ਇਹਦਾ ਅਰਥ ਹੈ ਗਿਆਨ ਵਾਲੀ ਗੱਲ ਹੈ ਜਿਹੜੀ ਉਹ ਕਰਨੀ ਕਰੇ ਉਹਦਾ ਗੁਨਾਹ ਨਹੀਂ ਲੱਗਦਾ। ਤੇ ਗਿਆਨ ਵਾਲੀ ਗੱਲ ਕਿਹੜੀ ਕਰਨੀ ਹੈ? ਆਪੇ ਬੁਝੇ। ਆਪਣੇ ਆਪ ਨੂੰ ਅੰਦਰੋਂ ਬੁੱਝਣਾ ਕਰੇ। ਤੇ ਹੁਣ ਆਪਣੇ ਆਪ ਨੂੰ ਕਿਵੇਂ ਬੁੱਝਣਾ ਵੀ ਮੈਂ ਕਿੰਨਾ ਕੁ ਚੰਗਾ ਹਾਂ, ਮੈਂ ਕਿੰਨਾ ਕੁ ਸਿਆਣਾ ਹਾਂ, ਮੇਰੇ ਅੰਦਰ ਔਗਣ ਬਰਿਆਈਆਂ ਜਿਹੜੀਆਂ ਨੇ ਉਹ ਕਿੰਨੀਆਂ ਕੁ ਨੇ। ਜਿਸ ਮਾਰਗ ਤੇ ਮੈਂ ਤੁਰ ਰਿਹਾ ਇਸ ਮਾਰਗ ਦੇ ਉੱਤੇ ਤੁਰਨ ਦੇ ਯੋਗ ਮੈਂ ਹੈਗਾ ਕਿ ਨਹੀਂ ਹੈਗਾ। ਇਹ ਗੱਲਾਂ ਜਿਹੜੀਆਂ ਨੇ ਨਾ ਇਹ ਬੁੱਝਣੀਆਂ ਨੇ। ਇਹ ਗਿਆਨ ਵਾਲੇ ਬੋਲ ਨੇ ਜਿਹੜੇ ਇਹ ਭਾਈ ਅਸੀਂ ਇੱਕ ਦੂਜੇ ਦੇ ਨਾਲ ਸਾਂਝੇ ਕਰਨੇ ਹਨ ਜੀ। ਆਪੇ ਸਮਝੈ ਆਪੇ ਸੂਝੈ। ਪਹਿਲੋਂ ਆਪਣੇ ਆਪ ਨੂੰ ਸਮਝਣਾ ਕਰੇ ਤੇ ਆਪ ਸੋਝੀ ਵਾਲਾ ਹੋਵੇ। ਜੇ ਆਪਣੇ ਆਪ ਨੂੰ ਨਹੀਂ ਸਮਝਦਾ ਤੇ ਆਪ ਸੋਝੀ ਵਾਲਾ ਨਹੀਂ ਹੈਗਾ ਤੇ ਫਿਰ ਆਪਾਂ ਇਹਨੂੰ ਗਿਆਨਵਾਨ ਨਹੀਂ ਆਖ ਸਕਦੇ। ਫਿਰ ਗਿਆਨ ਨਹੀਂ ਹੈਗਾ। ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ। ਬੋਲ ਬੋਲ ਤੇ ਬੋਲ ਕਿਹੜੇ ਬੋਲਣੇ ਨੇ? ਗਿਆਨ ਵਾਲੇ ਬੋਲਣੇ ਨੇ। ਗਿਆਨ ਵਾਲੇ ਬੋਲਾਂ ਦੇ ਨਾਲ ਆਪਣੇ ਆਪ ਨੂੰ ਅੰਦਰੋਂ ਬੁੱਝਣਾ ਹੈ, ਸਮਝਣਾ ਹੈ। ਆਪਣੇ ਆਪ ਨੂੰ ਅੰਦਰੋਂ ਸਮਝ ਕੇ ਤੇ ਸੋਝੀ ਵਾਲਾ ਬਣ ਕੇ ਰਹਿਣਾ ਹੈ ਜੀ। ਨਿਰਮਲ ਕਾ ਕਹਿਆ ਅੰਕ ਸਮਾਏ। ਜੋ ਗੁਰੂ ਕਿਰਪਾ ਕਰਦਾ ਹੈ ਨਾ, ਗੁਰੂ ਸਾਨੂੰ ਜੋ ਆਖਦਾ ਹੈ ਉਹ ਅਸੀਂ ਨਹੀਂ ਭੁੱਲਣਾ। ਅੰਕ ਸਮਾਵੇ। ਅੰਕ ਵੈਸੇ ਕਹਿੰਦੇ ਨੇ ਗੋਦ ਨੂੰ। ਜਿਵੇਂ ਬੱਚਾ ਮਾਂ ਦੀ ਗੋਦ ਨਹੀਂ ਭੁੱਲਦਾ। ਕਿਤੇ ਵੀ ਖੇਡਦਾ ਫਿਰਦਾ ਹੋਵੇ ਨਾ ਤੇ ਉਹਨੂੰ ਆਪਣੀ ਮਾਂ ਦੀ ਗੋਦ ਜਿਹੜੀ ਇਹਦੀ ਯਾਦ ਬਣੀ ਰਹਿੰਦੀ ਹੈ। ਜਦੋਂ ਵੀ ਭੁੱਖ ਲੱਗਦੀ ਹੈ ਜਾਂ ਜਦੋਂ ਵੀ ਉਹਦਾ ਮਨ ਖੇਡ ਤੋਂ ਉਪਰਾਮ ਹੁੰਦਾ ਤੇ ਫਿਰ ਭੱਜ ਕੇ ਆਣ ਕੇ ਆਪਣੀ ਮਾਂ ਦੀ ਗੋਦ ਦੇ ਵਿੱਚ ਵੜ ਜਾਂਦਾ ਹੈ ਤੇ ਸੌਂ ਜਾਂਦਾ ਹੈ, ਵਿਸ਼ਰਾਮ ਕਰਦਾ ਹੈ। ਇਸੇ ਤਰ੍ਹਾਂ ਅਸੀਂ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਜਿਹੜਾ ਉਪਦੇਸ਼ ਹੈ ਨਾ ਉਹਨੂੰ ਨਹੀਂ ਭੁੱਲਣਾ। ਗੁਰ ਕਾ ਕਹਿਆ ਜੋ ਸਾਨੂੰ ਗੁਰੂ ਨੇ ਆਖ ਦਿੱਤਾ ਹੈ ਅੰਕ ਸਮਾਵੇ। ਉਸ ਗੁਰੂ ਦੇ ਕਹਿ ਨੂੰ ਅਸੀਂ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ ਹੈ। ਮੈਂ ਬੇਨਤੀ ਕਰਦਿਆਂ ਅੰਕ ਦਾ ਅਰਥ ਵੈਸੇ ਗੋਦ ਹੁੰਦੀ ਏ। ਗੁਰੂ ਮਹਾਰਾਜ ਜੀ ਨੇ ਇੱਥੇ ਦ੍ਰਿਸ਼ਟਾਂਤ ਦੇ ਨਾਲ ਦੱਸਿਆ ਕਿ ਜਿਵੇਂ ਬੱਚਾ ਆਪਣੀ ਮਾਂ ਦੀ ਗੋਦ ਨਹੀਂ ਭੁੱਲ ਸਕਦਾ, ਮਾਂ ਦੀ ਗੋਦ ਨਹੀਂ ਛੱਡਦਾ,
ਉਸੇ ਤਰ੍ਹਾਂ ਅਸੀਂ ਗੁਰੂ ਦੇ ਕਹਿ ਨੂੰ ਛੱਡਣਾ ਨਹੀਂ। ਜੋ ਗੁਰੂ ਨੇ ਸਾਨੂੰ ਆਖ ਦਿੱਤਾ ਹੈ ਉਹਨੂੰ ਅਸੀਂ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ ਹੈ ਜੀ। ਨਿਰਮਲ ਸੂਚੇ ਸਾਚੋ ਭਾਵੈ। ਪ੍ਰਭੂ ਪਰਮਾਤਮਾ ਹੈ ਨਾ, ਉਹਨੂੰ ਇੱਕੋ ਹੀ ਗੱਲ ਚੰਗੀ ਲੱਗਦੀ, ਸਾਚੋ ਭਾਵੈ, ਉਹਨੂੰ ਸੱਚ ਹੀ ਪਾਉਂਦਾ ਹੈ। ਪ੍ਰਭੂ ਪਰਮਾਤਮਾ ਨੂੰ ਇੱਕੋ ਹੈ ਤੇ ਇੱਕ ਹੀ ਗੱਲ ਚੰਗੀ ਲੱਗਦੀ ਹੈ, ਉਹ ਗੱਲ ਹੈ ਸੱਚਾ ਹੋਣਾ। ਨਿਰਮਲ ਸੂਚੇ, ਜਿਹੜੇ ਨਿਰਮਲ ਨੇ, ਪਵਿੱਤਰ ਨੇ ਤੇ ਸੁੱਚੇ ਨੇ। ਇੱਥੇ ਸਰੀਰ ਦੀ ਸੋਚ ਨੂੰ ਸੋਚ ਨਹੀਂ ਮੰਨਿਆ ਗਿਆ ਗੁਰਬਾਣੀ ਦੇ ਅੰਦਰ। ਗੁਰਬਾਣੀ ਦੇ ਅੰਦਰ ਮਨ ਦੀ ਸੋਚ ਨੂੰ ਸੋਚ ਮੰਨਿਆ ਗਿਆ ਹੈ। ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਉਚਾਰਨ ਕਰ ਦਿੱਤਾ ਹੈ, ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ। ਆਪਾਂ ਹਰ ਰੋਜ਼ ਆਸਾ ਜੀ ਦੀ ਵਾਰ ਦਾ ਦੀਵਾਨ ਕੀਰਤਨ ਸਰਵਣ ਕਰਦੇ ਹਨ ਨਾ, ਉਹਦੇ ਵਿੱਚ ਇਹ ਤੁਕ ਆਉਂਦੀ ਹੈ, ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ। ਜਿਹੜੇ ਸਰੀਰ ਨੂੰ ਧੋ ਕੇ ਬਹਿ ਜਾਂਦੇ ਨੇ ਨਾ, ਉਹਨਾਂ ਨੂੰ ਗੁਰੂ ਮਹਾਰਾਜ ਜੀ ਸੂਚੇ ਆਖਦੇ ਹੀ ਨੇ। ਨਿਰਮਲ ਸੂਚੇ, ਜਿਹੜੇ ਪਵਿੱਤਰ ਨੇ ਤੇ ਅੰਦਰੋਂ ਮਨ ਕਰਕੇ ਸੂਚੇ ਨੇ। ਸਾਚੋ ਭਾਵੇ, ਉਹਨਾਂ ਨੂੰ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਉਹ ਚੰਗਾ ਲੱਗਦਾ ਹੈ। ਮੇਰੇ ਵਾਹਿਗੁਰੂ ਨੂੰ ਵੀ ਉਹ ਚੰਗੇ ਲੱਗਦੇ ਨੇ ਜਿਹੜੇ ਪਵਿੱਤਰ ਤੇ ਸੁੱਚੇ ਹੁੰਦੇ ਹਨ ਜੀ। ਗੁਰ ਸਾਗਰ ਰਤਨੀ ਨਹੀਂ ਟੋਟ। ਇੱਥੇ ਰਤਨੀ ਦਾ ਅਰਥ ਗੁਣ ਹੈ। ਗੁਰ ਸਾਗਰ, ਜਿਵੇਂ ਸਾਗਰ ਦੇ ਵਿੱਚ ਰਤਨਾ ਦਾ ਕੋਈ ਘਾਟਾ ਨਹੀਂ ਹੁੰਦਾ, ਉਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਨਾ ਇਹ ਸਾਗਰ ਹੈ ਤੇ ਇਹਦੇ ਵਿੱਚ ਗੁਣਾਂ ਦੀ ਕੋਈ ਘਾਟ ਨਹੀਂ। ਕਿੰਨੇ ਗੁਣ ਮਰਜੀ ਅਸੀਂ ਇਹਦੇ ਚੋਂ ਲੱਭ ਲਈਏ, ਖੋਜ ਲਈਏ ਤੇ ਧਾਰਨ ਕਰ ਲਈਏ। ਮੇਰਾ ਗੁਰੂ ਸਾਗਰ ਦੇ ਸਮਾਨ ਵਿਸ਼ਾਲ ਹੈ, ਮਹਾਨ ਹੈ। ਇਸ ਦੇ ਵਿੱਚ ਰਤਨ ਰੂਪੀ ਗੁਣ ਨੇ ਜਿਹੜੇ, ਉਹਨਾਂ ਦਾ ਕੋਈ ਘਾਟਾ ਨਹੀਂ, ਉਹਨਾਂ ਦੀ ਕੋਈ ਤੋਟ ਨਹੀਂ ਹੈ ਜੀ। ਲਾਲ ਪਦਾਰਥ ਸਾਚ ਅਖੋਟ। ਉਸ ਪ੍ਰਭੂ ਪਰਮਾਤਮਾ ਰੂਪ ਸੱਚੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਲਾਲ ਪਦਾਰਥ ਵੀ ਨੇ, ਮੁਕਤੀ ਦਾ ਪਦਾਰਥ ਵੀ ਮਿਲ ਜਾਂਦਾ ਹੈ। ਸਾਚ, ਇਹਦੇ ਵਿੱਚ ਸੱਚ ਹੈ। ਅਖੋਟ, ਅਖੋਟ ਦਾ ਅਰਥ ਹੁੰਦਾ ਨਾ ਮੁੱਕਣ ਵਾਲਾ, ਖੁੱਟ ਜਾਣਾ, ਮੁੱਕ ਜਾਣਾ, ਅਖੋਟ ਹੋ ਜਾਣਾ, ਨਾ ਮੁੱਕਣਾ। ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਮੁਕਤੀ ਰੂਪੀ ਪਦਾਰਥ ਨੇ, ਜੀਵਨ ਰੂਪ ਪਦਾਰਥ ਨੇ, ਨਾਮ ਰੂਪ ਪਦਾਰਥ ਨੇ ਤੇ ਸਾਚ ਅਖੋਟ, ਇਹ ਸੱਚੇ ਪਦਾਰਥ ਨੇ ਤੇ ਨਾ ਮੁੱਕਣ ਵਾਲੇ ਹਨ ਜੀ। ਗੁਰ ਕਹਿਆ ਸਾਕਾਰ ਕਮਾਵਹੁ। ਮੇਰਾ ਗੁਰੂ ਕਿਰਪਾ ਕਰਦਾ ਹੈ, ਦੁਬਾਰੇ ਫਿਰ ਉਸੇ ਨੂੰ ਗੁਰੂ ਮਹਾਰਾਜ ਜੀ ਦੁਹਰਾ ਕੇ ਸਾਨੂੰ ਗਿਆਨ ਦਿੰਦੇ ਨੇ ਕਿ ਗੁਰੂ ਜੀ ਨੇ ਜੋ ਸਾਨੂੰ ਆਖਿਆ ਨਾ, ਉਹ ਸਾਨੂੰ ਕਾਰ ਕਰਨੀ ਚਾਹੀਦੀ ਹੈ। ਗੁਰੂ ਮਹਾਰਾਜ ਜੀ ਦੀ ਕਾਰ ਦੇ ਉਲਟ ਨਹੀਂ ਜਾਣਾ ਚਾਹੀਦਾ। ਦਾਸ ਨੇ ਅੱਗੇ ਵੀ ਕਈ ਵਾਰੀ ਸਾਖੀ ਸੁਣਾਈਏ। ਇੱਕ ਵਾਰੀ ਸਮੁੰਦਰ ਨੂੰ ਪਾਰ ਕਰਨਾ ਸੀ ਤੇ ਕੋਈ ਸਾਧਨ ਨਾ ਹੋਣ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਨੇ ਆਖਿਆ ਭਈ ਆਪਾਂ ਸਮੁੰਦਰ ਚੋਂ ਪਾਰ ਜਾਣਾ ਤੇ ਬਾਬਾ ਬਾਲਾ ਜੀ ਤੇ ਬਾਬਾ ਮਰਦਾਨਾ ਜੀ ਸੰਗੀ ਸਨ। ਉਹਨਾਂ ਨੇ ਬੇਨਤੀ ਕੀਤੀ, ਸੱਚੇ ਸਤਿਗੁਰੂ ਜੀ ਦੱਸੋ ਕਿਵੇਂ ਹੋਵਾਂਗੇ ਇਸ ਸਮੁੰਦਰ ਤੋਂ ਪਾਰ। ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਸਾਡੇ ਮਗਰ ਆਈ ਜਾਓ ਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਸਮੁੰਦਰ ਤੋਂ ਪਾਰ ਹੋ ਜਾਵਾਂਗੇ। ਬਾਬਾ ਬਾਲਾ ਜੀ ਜਿਹੜੇ ਸਨ ਉਹ ਵਾਹਿਗੁਰੂ ਮੰਤਰ ਦੇ ਵਿੱਚ ਲੀਨ ਹੋ ਗਏ ਤੇ ਬਾਬਾ ਮਰਦਾਨਾ ਜੀ ਵੀ ਲੀਨ ਹੋ ਗਏ। ਜਦੋਂ ਗਏ ਨਾ ਵਿਚਾਲੇ ਜਾ, ਤੇ ਬਾਬਾ ਮਰਦਾਨਾ ਜੀ ਦਾ ਸੁਭਾਅ ਸੀ ਜਿਹੜਾ ਥੋੜਾ ਇਸ ਤਰ੍ਹਾਂ ਦਾ ਸੀ। ਉਹਨਾਂ ਨੇ ਆਖਿਆ ਵੀ ਗੁਰੂ ਨਾਨਕ ਦੇਵ ਜੀ ਆਪ ਤਾਂ ਸ਼ਬਦ ਉਚਾਰਨ ਕਰ ਰਹੇ ਨੇ, ਸੋ ਹੰਗ ਸਾ, ਤੇ ਸਾਨੂੰ ਆਖਦੇ ਨੇ ਵਾਹਿਗੁਰੂ ਵਾਹਿਗੁਰੂ ਆਖੋ। ਹੋ ਸਕਦਾ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਸ਼ਬਦ ਉਚਾਰਨ ਕਰ ਰਹੇ ਨੇ ਉਹਦੇ ਵਿੱਚ ਜ਼ਿਆਦਾ ਸ਼ਕਤੀ ਹੋਵੇ ਤੇ ਮੈਂ ਵੀ ਕਿਉਂ ਨਾ ਗੁਰੂ ਨਾਨਕ ਦੇਵ ਜੀ ਵਾਲਾ ਸ਼ਬਦ ਉਚਾਰਨ ਕਰਾਂ। ਤੇ ਬਾਬਾ ਮਰਦਾਨਾ ਜੀ ਸੋ ਹੰਗ ਸਾ ਆਖਣ ਲੱਗੇ ਤੇ ਡੁੱਬਣ ਲੱਗ ਗਏ। ਬਾਲਾ ਜੀ ਨੇ ਆਖਿਆ ਸੱਚੇ ਸਤਿਗੁਰੇ ਤਾਂ ਗਿਆ। ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਮਰਦਾਨਿਆ ਮਸਤਾਨਿਆ ਵਾਹਿਗੁਰੂ ਆਖ। ਫਿਰ ਬਾਬਾ ਮਰਦਾਨਾ ਜੀ ਨੇ ਵਾਹਿਗੁਰੂ ਆਖਿਆ ਤੇ ਫਿਰ ਪਾਣੀ ਤੇ ਉਸੇ ਤਰ੍ਹਾਂ ਤੁਰਨ ਲੱਗ ਗਿਆ। ਜੋ ਵੀ ਸਾਨੂੰ ਗੁਰੂ ਆਖਦਾ ਨਾ ਅਸੀਂ ਉਹ ਕਾਰ ਕਮਾਉਣੀ ਹੈ। ਜਿਵੇਂ ਹੁਣ ਆਪਾਂ ਵੇਖਦੇ ਹਾਂ, ਪੜ੍ਹਦੇ ਹਾਂ, ਮੇਰਾ ਕਿਸੇ ਨਾਲ ਤਰਕ ਨਹੀਂ, ਸਿਰਫ ਇੱਕ ਸਮਝਣ ਵਾਸਤੇ। ਕਿਤਾਬਾਂ ਦੇ ਵਿੱਚ ਵੀ ਅਸੀਂ ਯਤਨ ਕਰਦੇ ਹਾਂ ਤੇ ਵੈਸੇ ਪ੍ਰਚਾਰ ਵੀ ਕਈ ਗੁਰਮੁਖ ਪਿਆਰੇ ਕਰਦੇ ਨੇ ਸਾਡੇ ਕੇਸਾਂ ਦੇ ਉੱਤੇ ਵੀ ਕੇਸ ਜਿਹੜੇ ਰੱਖਣੇ ਨੇ ਇਹਨਾਂ ਦਾ ਇੱਕ ਰਸਾਇਣਿਕ ਤੱਤ ਹੈ, ਇਹਨਾਂ ਦੇ ਵਿੱਚ ਇੱਕ
ਰਸਾਇਣਿਕ ਗੁਣ ਹੈ ਜੋ ਸਾਡੇ ਸਰੀਰ ਲਈ ਜ਼ਰੂਰੀ ਹੈ। ਕੜਾ ਧਾਰਨਾ ਜਿਹੜਾ ਇਹ ਵੀ ਸਾਡੇ ਲਈ ਜ਼ਰੂਰੀ ਹੈ, ਇਹਦੇ ਵਿੱਚ ਵੀ ਇੱਕ ਰਸਾਇਣਿਕ ਗੁਣ ਹੈ। ਸੋ ਇਸ ਤਰ੍ਹਾਂ ਸਾਰੇ ਜਿਹੜੇ ਕਕਾਰ ਨੇ 5 ਦੇ 5 ਉਹਨਾਂ ਦਾ ਵੱਖੋ ਵੱਖਰਾ ਵਿਗਿਆਨ ਦੇ ਤਰੀਕੇ ਦੇ ਨਾਲ ਪ੍ਰਚਾਰ ਕਰਦੇ ਨੇ। ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ, ਤੇ ਨਾ ਹੀ ਮੈਂ ਕਦੀ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਤੇ ਨਾ ਹੀ ਮੈਂ ਪ੍ਰਚਾਰ ਕਰਦਾ। ਮੈਂ ਤਾਂ ਸਿੱਧਾ ਕਹਿ ਦਿੰਦਾ, ਗੁਰੂ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਸਾਨੂੰ ਗੁਰੂ ਨੇ ਆਖ ਦਿੱਤਾ ਉਹ ਸਾਡੇ ਲਈ ਲਾਹੇਵੰਦ ਹੀ ਹੈ। ਅਸੀਂ ਗੁਰੂ ਦੀ ਗੱਲ ਨੂੰ ਮੰਨਣਾ ਹੈ, ਅਸੀਂ ਵਿਗਿਆਨ ਦੀ ਗੱਲ ਨੂੰ ਮੰਨਣਾ ਹੀ ਨਹੀਂ। ਵਿਗਿਆਨ ਹੈ ਜਾਂ ਨਹੀਂ ਹੈ ਸਾਡਾ ਇਸ ਦੇ ਨਾਲ ਮਤਲਬ ਹੀ ਕੋਈ ਨਹੀਂ। ਸਾਡਾ ਮਤਲਬ ਇਤਨਾ ਹੈ ਵੀ ਮੇਰੇ ਗੁਰੂ ਨੇ ਆਖ ਦਿੱਤਾ ਤੇ ਜਿਵੇਂ ਮੇਰੇ ਗੁਰੂ ਨੇ ਆਖ ਦਿੱਤਾ ਅਸੀਂ ਉਸੇ ਤਰ੍ਹਾਂ ਹੀ ਕਰਨਾ ਹੈ। ਸੋ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਸਾਨੂੰ ਦੱਸਦੀ ਹੈ, ਗੁਰ ਕਹਿਆ ਸਾਕਾਰ ਕਮਾਵੋ। ਗੁਰੂ ਮਹਾਰਾਜ ਜੀ ਜੋ ਸਾਨੂੰ ਆਖਦੇ ਨੇ ਅਸੀਂ ਉਸੇ ਤਰ੍ਹਾਂ ਦੀ ਰਹਿਤ ਮਰਿਆਦਾ ਦੇ ਵਿੱਚ ਰਹਿਣਾ ਹੈ ਜੀ। ਗੁਰ ਕੀ ਕਰਨੀ ਕਾਹੇ ਧਾਵੋ। ਤੇ ਜੋ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਨਾ, ਅਸੀਂ ਉਧਰ ਨਹੀਂ ਭੱਜਣਾ ਵੀ ਗੁਰੂ ਇਸ ਤਰ੍ਹਾਂ ਕਰਦਾ ਰਿਹਾ ਤੇ ਅਸੀਂ ਵੀ ਇਸ ਤਰ੍ਹਾਂ ਕਰ ਲਈਏ, ਇਹ ਕੰਮ ਨਹੀਂ ਅਸੀਂ ਕਰਨਾ। ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਮਹਾਰਾਜ ਜੀ ਸ਼ਿਕਾਰ ਖੇਡਦੇ ਰਹੇ ਨੇ, ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਈ ਜੀਵਾਂ ਦਾ ਭਲਾ ਕਰਦੇ ਰਹੇ ਨੇ, ਉਧਾਰ ਕਰਦੇ ਰਹੇ ਨੇ। ਤੇ ਹੁਣ ਸਾਡੇ ਵਿੱਚ ਇਹ ਸਮਰੱਥਾ ਥੋੜੀ ਏ, ਜੇ ਅਸੀਂ ਵੀ ਇਸ ਤਰ੍ਹਾਂ ਕਰਦੇ ਹਾਂ ਤੇ ਫਿਰ ਸਾਡੇ ਅੰਦਰ ਇੱਕ ਗੁਰੂ ਦੀ ਬਰਾਬਰੀ ਕਰਨ ਵਾਲੀ ਭਾਵਨਾ ਹੈ। ਅਸੀਂ ਗੁਰੂ ਦੀ ਬਰਾਬਰੀ ਨਹੀਂ ਕਰਨੀ। ਅਸੀਂ ਗੁਰੂ ਅੱਗੇ ਅਰਦਾਸ ਇੱਕ ਦੂਜੇ ਦੀ ਕਰ ਸਕਦੇ ਹਾਂ, ਅਸੀਂ ਗੁਰੂ ਅੱਗੇ ਬੇਨਤੀ ਇੱਕ ਦੂਜੇ ਦੀ ਕਰ ਸਕਦੇ ਹਾਂ, ਪਰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਜਿੰਦੇ ਵਿੱਚ ਗੁਰੂ ਦੀ ਬਰਾਬਰੀ ਹੋਵੇ। ਹੁਣ ਬਾਬਾ ਦੀਪ ਸਿੰਘ ਜੀ ਨੇ, ਉਹਨਾਂ ਦੇ ਵਿੱਚ ਵੇਖੋ ਕਿੱਡੀ ਵੱਡੀ ਸਮਰੱਥਾ ਸੀ। ਭਾਈ ਪਾਰੋ ਜੀ ਸਾਨੂੰ ਧੰਨ ਗੁਰੂ ਅਮਰਦਾਸ ਜੀ ਨੇ ਉਹਨਾਂ ਤੇ ਖੁਸ਼ ਹੋ ਕੇ ਆਖਿਆ ਸੀ ਤੁਹਾਨੂੰ ਅਸੀਂ ਗੁਰਤਾ ਗੱਦੀ ਦਿੰਨੇ ਆ, ਤੇ ਉਹਨੇ ਗੁਰੂ ਅਮਰਦਾਸ ਜੀ ਦੇ ਚਰਨ ਪਕੜ ਕੇ ਬੇਨਤੀ ਕੀਤੀ ਸੀ, ਕਿਹਾ ਸੀ ਹੇ ਸੱਚੇ ਸਤਿਗੁਰੂ ਜੀ ਮੈਂ ਇੰਨੇ ਜੋਗਾ ਨਹੀਂ ਹੈਗਾ ਕਿ ਆਪ ਜੀ ਦੇ ਵਚਨ ਨੂੰ ਮੋੜ ਸਕਾਂ, ਪਰ ਮੈਂ ਅਰਦਾਸ ਜ਼ਰੂਰ ਕਰ ਸਕਦਾ। ਕਿਉਂਕਿ ਗੁਰਸਿੱਖ ਦੇ ਕੋਲ ਇੱਕ ਸਮਰੱਥਾ ਹੈ ਅਰਦਾਸ। ਜਿਵੇਂ ਅਦਾਲਤ ਦੇ ਵਿੱਚ ਅਸੀਂ ਅਪੀਲ ਕਰ ਸਕਦੇ ਹਾਂ ਤੇ ਜੱਜ ਦੀ ਕਈ ਗੱਲ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਗਲਤ ਕੀਤਾ ਹੈ। ਅੱਜ ਤੱਕ ਇਹ ਪੱਕਾ ਕਾਨੂੰਨ ਹੈ, ਜੋ ਜੱਜ ਨੇ ਫੈਸਲਾ ਕਰ ਦਿੱਤਾ ਤੇ ਕਿਸੇ ਵਿੱਚ ਇਤਨੀ ਜ਼ਰੂਰਤ ਨਹੀਂ ਕਿ ਕਹਿ ਦੇਵੇ ਇਹਨੇ ਫੈਸਲਾ ਗਲਤ ਕੀਤਾ ਹੈ। ਅਸੀਂ ਅਪੀਲ ਕਰ ਸਕਦੇ ਹਾਂ। ਉਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਸੀਂ ਅਰਦਾਸ ਕਰ ਸਕਦੇ ਹਾਂ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਡੀ ਅਰਦਾਸ ਨੂੰ ਪ੍ਰਵਾਨ ਵੀ ਕਰਦੇ ਨੇ, ਪਰ ਅਸੀਂ ਗੁਰੂ ਦੀ ਬਰਾਬਰੀ ਵਾਲਾ ਕੰਮ ਜਿਹੜਾ ਉਹ ਨਹੀਂ ਕਰਨਾ। ਗੁਰ ਕੀ ਕਰਨੀ ਕਾਹੇ ਧਾਵੋ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਜੋ ਕੁਝ ਵੀ ਅੱਜ ਤੱਕ ਕੀਤਾ ਹੈ ਅਸੀਂ ਉਸ ਦੀ ਬਰਾਬਰੀ ਨਹੀਂ ਕਰਨੀ। ਕੇਵਲ ਤੇ ਕੇਵਲ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਹੀ ਕਰਨੀਆਂ ਹਨ ਜੀ। ਨਾਨਕ ਗੁਰਮਤਿ ਸਾਚ ਸਮਾਵਹੁ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਗੁਰੂ ਦੀ ਮੱਤ ਹੈ। ਗੁਰਮਤ ਸਾਚ ਸਮਾਓ। ਗੁਰੂ ਦੀ ਮੱਤ ਵਾਲੇ ਹੋ ਕੇ ਤੇ ਸੱਚ ਦੇ ਵਿੱਚ ਅਭੇਦ ਹੋ ਜੀਦਾ। ਜਦੋਂ ਤੱਕ ਅਸੀਂ ਗੁਰੂ ਦੀ ਮੱਤ ਵਾਲੇ ਨਹੀਂ ਹੁੰਦੇ ਉਦੋਂ ਤੱਕ ਅਸੀਂ ਸੱਚ ਦੇ ਵਿੱਚ ਅਭੇਦ ਨਹੀਂ ਹੁੰਦੇ। ਗੁਰੂ ਦੀ ਮੱਤ ਲੈ ਕੇ ਗੁਰੂ ਦੀ ਮੱਤ ਵਾਲੇ ਹੋ ਕੇ ਸੱਚ ਦੇ ਵਿੱਚ ਅਭੇਦ ਹੋ ਜਾਈਦਾ ਹੈ ਜੀ। ਟੂਟਨਿਹੁ ਕੇ ਬੋਲਹਿ ਸਹੀ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਹੁਣ ਇਸ ਪੌੜੀ ਦੇ ਅੰਦਰ ਸਾਨੂੰ ਇਹ ਦੱਸਣਗੇ ਕਿ ਪਰਮਾਤਮਾ ਦੇ ਨਾਲ ਸਾਡਾ ਜਿਹੜਾ ਪਿਆਰ ਹੈ ਨਾ ਉਹ ਕਿਵੇਂ ਟੁੱਟ ਜਾਂਦਾ ਹੈ। ਅਸੀਂ ਵਾਹਿਗੁਰੂ ਦੇ ਨਾਲੋਂ ਵਿਥੀ ਕਿਵੇਂ ਪਾ ਲੈਂਦੇ ਆ। ਇਹਨੂੰ ਇੱਕ ਦ੍ਰਿਸ਼ਟਾਂਤ ਦੇ ਨਾਲ ਗੁਰੂ ਮਹਾਰਾਜ ਜੀ ਨੇ ਦੱਸਿਆ। ਸਹੀ ਦਾ ਅਰਥ ਇੱਥੇ ਪਤਨੀ ਹੈ। ਪਤੀ ਤੇ ਪਤਨੀ ਦਾ ਆਪਸ ਦੇ ਵਿੱਚ ਨਿਉ ਕਿਵੇਂ ਟੁੱਟਦਾ ਹੈ। ਟੂਟੇ ਨਿਉ ਕੇ ਬੋਲੇ ਹੈ ਸਹੀ। ਜਦੋਂ ਪਤਨੀ ਪਤੀ ਦੇ ਅੱਗੋਂ ਬੋਲਣ ਲੱਗ ਜਾਂਦੀ ਹੈ ਨਾ ਤੇ ਫਿਰ ਇਹਨਾਂ ਦਾ ਪਿਆਰ ਹੈ ਜਿਹੜਾ ਇਹ ਟੁੱਟ ਜਾਂਦਾ ਹੈ। ਟੂਟੇ ਨਿਹੋ। ਨਿਹੋ ਦਾ ਅਰਥ ਹੈ ਪਿਆਰ, ਕੇ ਬੁੱਲ ਹੈ ਸਹੀ, ਕਿ ਇੱਥੇ ਕੱਕੇ ਨੂੰ ਸਿਹਾਰੀ ਲੱਗੀ ਏ। ਇਹਦਾ ਅਰਥ ਇਹ ਹੈ ਕਿ ਜਦੋਂ ਪਤਨੀ ਆਪਣੇ ਪਤੀ ਦੇ ਅੱਗੋਂ ਅਵਾ ਤਵਾ ਬੋਲਣ ਲੱਗ ਜਾਂਦੀ ਏ, ਉਹਦੀ ਬਰਾਬਰੀ ਕਰਨ ਲੱਗ ਜਾਂਦੀ ਏ, ਤੇ ਫਿਰ ਜਿਵੇਂ ਪਤੀ ਤੇ ਪਤਨੀ ਦਾ ਆਪਸ ਦੇ ਵਿੱਚ ਪਿਆਰ ਨਹੀਂ ਰਹਿੰਦਾ ਹੈ ਜੀ। ਟੂਟੈ ਬਾਹ ਦਹੁ ਦਿਸ ਗਹੀ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਬੱਚੇ ਦੀ ਬਾਹ ਹੁਣ ਇੱਕ ਪਾਸਾ ਪਤਨੀ ਦੇ ਹੱਥ ਦੇ ਵਿੱਚ ਹੋਵੇ ਤੇ ਇੱਕ ਪਾਸਾ ਪਤੀ ਦੇ ਹੱਥ ਦੇ ਵਿੱਚ ਹੋਵੇ ਤੇ ਜਵਾਕ ਦੀ ਬਾਹ ਦਾ ਕੀ ਮਾਜਨ ਹੈ, ਉਹ ਵੀ ਟੁੱਟ ਜਾਣੀ ਹੈ।
ਟੂਟੇ ਬਾਹ, ਬਾਹ ਦਾ ਅਰਥ ਬਾਹ ਹੈ। ਦੂਹੂ, ਦੂਹ ਦਾ ਅਰਥ ਹੁੰਦਾ ਦੋਵੇਂ ਪਾਸੇ। ਦਿਸ, ਗਹੀ, ਗਹੀ ਦਾ ਅਰਥ ਹੁੰਦਾ ਪਕੜਨਾ। ਹੁਣ ਪਤੀ ਪਤਨੀ ਦਾ ਆਪਸ ਦੇ ਵਿੱਚ ਜਿਹੜਾ ਪਿਆਰ ਇੰਨਾ ਉਹ ਨਹੀਂ ਰਿਹਾ ਕਿਉਂ ਨਹੀਂ? ਕਿਉਂਕਿ ਪਤਨੀ ਹੈ ਜਿਹੜੀ ਉਹ ਆਪਣੇ ਪਤੀ ਦੇ ਅੱਗੋਂ ਬੋਲਣ ਲੱਗ ਗਈ ਏ, ਤੇ ਫਿਰ ਜਦੋਂ ਗੱਲ ਵੱਧਦੀ ਇੰਨੀ ਵੱਧ ਜਾਵੇ, ਬੱਚਾ ਇੱਕ ਤੇ ਹੈ ਦੋਵਾਂ ਦਾ ਸਾਂਝਾ। ਇੱਕ ਬੜਾ ਸੁੰਦਰ ਨੁਕਤਾ ਹੈ, ਅਜੇ ਮੈਂ ਖੋਲਿਆ ਨਹੀਂ, ਇਹਨੂੰ ਜਦੋਂ ਖੋਲਾਂਗਾ ਨਾ ਉਦੋਂ ਆਪ ਜੀ ਨੂੰ ਬੜੀ ਸਮਝ ਆਏਗੀ। ਹੁਣ ਇੱਕ ਬੱਚਾ ਹੈ, ਦੋਵਾਂ ਦਾ ਸਾਂਝਾ ਹੈ, ਨਾ ਉਹਦੇ ਵਿੱਚ ਇਕੱਲਾ ਪਤੀ ਦਾ ਹੱਕ ਹੈ ਤੇ ਨਾ ਹੀ ਇਕੱਲਾ ਪਤਨੀ ਦਾ ਹੱਕ ਹੈ। ਇੱਕ ਪਾਸੋਂ ਮਾਂ ਨੇ ਫੜ ਲਿਆ, ਇੱਕ ਪਾਸੋਂ ਪਿਓ ਨੇ ਫੜ ਲਿਆ, ਤੇ ਦੋਵੇਂ ਖਿੱਚਦੇ ਨੇ, ਤੇ ਫਿਰ ਉਹ ਬੱਚੇ ਦੀਆਂ ਬਾਹਾਂ ਜਿਹੜੀਆਂ ਨੇ ਟੁੱਟਣਗੀਆਂ ਹੀ ਨਾ। ਉਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਨਾਲ ਮਿਲਦੇ ਹਾਂ, ਗੁਰੂ ਤੇ ਗੁਰਸਿੱਖ ਦਾ ਜਿਹੜਾ ਨਾਤਾ ਹੈ ਇਹ ਵੀ ਪਤੀ ਤੇ ਪਤਨੀ ਵਾਲਾ ਹੈ, ਤੇ ਗੁਰੂ ਤੇ ਸਿੱਖ ਦੇ ਨਾਤੇ ਦੇ ਨਾਲ ਗਿਆਨ ਰੂਪੀ ਪੁੱਤਰ ਪੈਦਾ ਹੁੰਦਾ ਹੈ। ਜੇ ਅਸੀਂ ਗੁਰੂ ਦੇ ਅੱਗੋਂ ਬੋਲਦੇ ਹਾਂ, ਗੁਰੂ ਦੇ ਅੱਗੋਂ ਬੋਲ ਕੇ ਤੇ ਫਿਰ ਗਿਆਨ ਨੂੰ ਜਦੋਂ ਅਸੀਂ ਖਿੱਚਦੇ ਹਾਂ, ਉਹ ਗਿਆਨ ਨਹੀਂ ਰਹਿੰਦਾ, ਅਧੂਰਾ ਗਿਆਨ ਹੋ ਜਾਂਦਾ, ਉਹ ਟੁੱਟ ਜਾਂਦਾ, ਕਿਉਂਕਿ ਦੋਵੇਂ ਪਾਸੇ ਖਿੱਚਣ ਲੱਗ ਗਏ ਨੇ। ਗੁਰੂ ਕਹਿੰਦਾ ਇਸ ਤਰ੍ਹਾਂ ਕਰ, ਤੇ ਗੁਰੂ ਦਾ ਜਿਹੜਾ ਸਿੱਖ ਹੈ ਉਹ ਕਹਿੰਦਾ ਇਸ ਤਰ੍ਹਾਂ ਕਰ। ਹੁਣ ਉਹ ਗਿਆਨ ਥੋੜੀ ਰਹਿ ਗਿਆ। ਸੰਗਤ ਕਾਹਦੇ ਚ ਪੈ ਜਾਏਗੀ? ਦੁਬਿਧਾ ਚ ਪੈ ਜਾਏਗੀ। ਮੈਂ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਵੀ ਦਿੰਨਾ। ਆਦਿ ਕਾਲ ਤੋਂ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਆਏ ਆ, ਤੇ ਅੱਜ ਦੇ ਜਿਹੜੇ ਪ੍ਰਚਾਰਕ ਨੇ ਨਾ, ਉਹ ਕਈ ਕਹਿੰਦੇ ਨੇ ਜੀ ਇਹ ਗੁਰਪ੍ਰਸਾਦ ਤੱਕ ਹੈ। ਹੁਣ ਗੁਰਪ੍ਰਸਾਦ ਤੱਕ ਹੈ, ਤੇ ਇਹ ਹੁਣ ਗਿਆਨ ਰੂਪੀ ਪੁੱਤਰ ਹੈ, ਜਿਹੜੀ ਉਹਦੀ ਬਾਂਹ ਜਿਹੜੀ ਹੈ ਇੱਕ ਪਾਸੋਂ ਮਾਂ ਨੇ ਫੜ ਲਈ ਤੇ ਇੱਕ ਪਾਸੋਂ ਪਤਨੀ ਨੇ ਪਿਓ ਨੇ ਫੜ ਲਈਏ, ਤੇ ਇਹ ਹੁਣ ਜਿਹੜੀ ਸੰਗਤ ਹੈ, ਜਿਹਨੇ ਸੰਗਤ ਨੇ ਗਿਆਨ ਪ੍ਰਾਪਤ ਕਰਨਾ ਹੈ, ਉਹ ਹੁਣ ਦੁਬਿਧਾ ਦੇ ਵਿੱਚ ਪੈ ਗਈ ਏ। ਇਹ ਗਿਆਨ ਨੂੰ ਤੋੜਨ ਵਾਲੀਆਂ ਗੱਲਾਂ ਨੇ ਜਿਹੜੀਆਂ ਇਹ ਹੋ ਰਹੀਆਂ ਨੇ। ਨਾ ਸਾਨੂੰ ਗਿਆਨ ਦੀ ਪ੍ਰਾਪਤੀ ਹੋਵੇ, ਤੇ ਨਾ ਸਾਨੂੰ ਉਸ ਪ੍ਰਭੂ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹ ਹੋਵੇ, ਤੇ ਨਾ ਹੀ ਅਸੀਂ ਮੁਕਤ ਹੋ ਸਕੀਏ, ਨਾ ਰਲ ਕੇ ਰਹਿ ਸਕੀਏ। ਇੱਕ ਹੋਰ ਬੜੀ ਦੁੱਖ ਵਾਲੀ ਗੱਲ ਹੈ, ਮੈਨੂੰ ਕਹਿਣਾ ਪੈ ਰਿਹਾ ਪਰ ਮੈਂ ਚਾਹੁੰਦਾ ਨਹੀਂ ਕਹਾਂ, ਪਰ ਹੁਣ ਅੱਗੇ ਆ ਗਈ ਹੈ, ਮੈਂ ਕਹਾਂਗਾ ਜ਼ਰੂਰ। ਆ ਢੱਡਰੀਆਂ ਵਾਲੇ ਦਾ ਨਾ ਇੱਕ ਪ੍ਰਚਾਰ, ਇਹਨੇ ਇੱਕ ਕੈਸਟ ਫੇਸਬੁੱਕ ਤੇ ਨਿੱਕੀ ਜੀ ਸਕਿਪ ਪਾਈ ਏ, ਤੇ ਧੰਨ ਗੁਰੂ ਰਾਮਦਾਸ ਜੀ ਨੂੰ ਇਹਨੇ ਲਲਕਾਰਿਆ। ਕਹਿੰਦਾ ਮੈਂ ਅੰਮ੍ਰਿਤਸਰ ਸਾਹਿਬ ਨਾ ਪੰਡਾਲ ਦੇ ਵਿੱਚ ਦੀਵਾਨ ਲਾਣਾ, ਤੇ ਫਿਰ ਮੈਂ ਵੇਖਾਂਗਾ ਸੰਗਤ ਮੇਰੇ ਕੋਲ ਜ਼ਿਆਦੀ ਹੈ ਜਾਂ ਧੰਨ ਗੁਰੂ ਰਾਮਦਾਸ ਜੀ ਕੋਲ ਜ਼ਿਆਦੀ ਹੈ। ਸ਼ਾਇਦ ਆਪ ਦੇ ਵਿੱਚੋਂ ਕਿਸੇ ਗੁਰਮੁਖ ਪਿਆਰੇ ਨੇ ਇਹ ਸਕਿਪ ਸੁਣੀ ਹੋਵੇ। ਜਿਹੜੇ ਕਥਾ ਸੁਣਦੇ ਨੇ ਨਾ, ਕਥਾ ਦੇ ਚਾਹਵਾਨ ਨੇ ਫੇਸਬੁੱਕ, ਉਹਨਾਂ ਨੇ ਜ਼ਰੂਰ ਸੁਣੀ ਹੋਏਗੀ। ਕਿਉਂਕਿ ਫੇਸਬੁੱਕ ਦੇ ਵਿੱਚ ਇੱਕ ਗੁਣ ਹੈ, ਜਿਹੜੀ ਚੀਜ਼ ਤੁਸੀਂ ਵੇਖੋਗੇ ਨਾ YouTube ਤੇ, ਜਿਹੜੀ ਚੀਜ਼ ਵੇਖੋਗੇ ਉਹ ਤੁਹਾਡੇ ਕੋਲ ਜ਼ਿਆਦਾ ਆਏਗੀ, ਦੂਜੀਆਂ ਚੀਜ਼ਾਂ ਨਹੀਂ ਆਉਣਗੀਆਂ। ਜੇ ਕੁਝ ਹੋਰ ਵੇਖੋਗੇ ਤੇ ਉਹ ਚੀਜ਼ਾਂ ਵਧਣਗੀਆਂ, ਜੇ ਕਥਾ ਵਾਲੀਆਂ ਆਪ ਸਕਿੱਪਾਂ ਵੇਖੋਗੇ ਸੁਣੋਗੇ ਤੇ ਉਹ ਆਉਣਗੀਆਂ। ਸੋ ਇਹ ਕੀ ਹੈ? ਇਹ ਹੁਣ ਇੱਕ ਪਤਨੀ ਆਪਣੇ ਪਤੀ ਦੇ ਅੱਗੋਂ ਬੋਲ ਰਹੀ ਹੈ, ਤੇ ਉਹਨੂੰ ਲਲਕਾਰ ਰਹੀ ਹੈ ਵੀ ਮੈਂ ਤੈਨੂੰ ਵੇਖ ਲਾਂਗੀ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਇਸ ਤਰ੍ਹਾਂ ਭਾਈ, ਜਿਵੇਂ ਪਤੀ ਤੇ ਪਤਨੀ ਦਾ ਆਪਸ ਦੇ ਵਿੱਚ ਬੋਲ ਕਬੋਲ ਹੋ ਜਾਂਦਾ, ਤੇ ਫਿਰ ਪੁੱਤਰ ਹੋਣ ਦੇ ਦੋ ਟੁਕੜੇ ਤਾਂ ਹੋ ਨਹੀਂ ਸਕਦੇ, ਫਿਰ ਬਾਂਹ ਫੜ ਕੇ ਜਦੋਂ ਖਿੱਚਦੇ ਨੇ ਟੁੱਟਦਾ। ਇਸੇ ਤਰ੍ਹਾਂ ਗੁਰੂ ਦਾ ਸਿੱਖ ਹੈ, ਜਦੋਂ ਗੁਰੂ ਦੇ ਅੱਗੋਂ ਬੋਲਦਾ ਤੇ ਫਿਰ ਗਿਆਨ ਹੈ ਜਿਹੜਾ ਉਹ ਟੁੱਟ ਜਾਂਦਾ, ਨਹੀਂ ਰਹਿੰਦਾ ਹੈ ਜੀ। ਟੂਟ ਪ੍ਰੀਤ ਗਈ ਬੁਰ ਬੋਲ। ਕੀ ਹੋਇਆ ਫਿਰ ਤੈਨੂੰ? ਟੂਟ ਪ੍ਰੀਤ ਗਈ ਬੁਰ ਬੋਲ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਪਤੀ ਤੇ ਪਤਨੀ ਦੀ ਪ੍ਰੀਤ ਟੁੱਟੀ ਕਿਵੇਂ ਹੈ? ਟੂਟ ਪ੍ਰੀਤ ਗਈ ਬੁਰ ਬੋਲ। ਬੁਰ ਬੋਲ ਕਹਿੰਦੇ ਨੇ ਬੁਰੇ ਬੋਲਾਂ ਨੂੰ। ਹੁਣ ਪਤਨੀ ਨੇ ਪਤੀ ਨੂੰ ਬੁਰੇ ਬੋਲ ਆਖੇ ਨੇ, ਜਿਹੜੇ ਯੋਗ ਨਹੀਂ ਉਹ ਸ਼ਬਦ ਆਖ ਦਿੱਤੇ ਨੇ, ਤੇ ਹੁਣ ਪਿਆਰ ਥੋੜੀ ਰਹਿ ਗਿਆ, ਪਿਆਰ ਟੁੱਟ ਜਾਣਾ। ਇੱਥੇ 3 ਤੁਕਾਂ ਹੋਈਆਂ ਨੇ, ਥੋੜਾ ਧਿਆਨ ਰੱਖਿਆ ਕਰ। ਟੂਟੇ ਨਿਹੋ ਕੇ ਬੋਲ ਹੈ ਸਹੀ। ਜਦੋਂ ਸਹੀ ਪਤਨੀ ਪਤੀ ਦੇ ਅੱਗੋਂ ਬੋਲਦੀ ਏ ਤੇ ਦੋਵਾਂ ਦਾ ਆਪਸ ਦੇ ਵਿੱਚ ਨਿਉ ਟੁੱਟ ਜਾਂਦਾ ਹੈ। ਟੂਟੇ ਬਾਹਾਂ ਦੋਹੋ ਦਿਸ ਗਈ। ਫਿਰ ਪੁੱਤਰ ਨੂੰ ਫੜ ਕੇ ਇੱਕ ਉਧਰੋਂ ਖਿੱਚਦਾ, ਇੱਕ ਉਧਰੋਂ ਖਿੱਚਦਾ, ਤੇ ਉਹਦੀਆਂ ਵਿਚਾਰੇ ਦੀਆਂ ਬਾਹਾਂ ਤੋੜ ਕੇ ਰੱਖ ਦਿੰਦੇ ਨੇ। ਟੂਟ ਪ੍ਰੀਤ ਗਈ ਬੁਰ ਬੋਲ। ਇਹ ਹੁਣ ਪ੍ਰੀਤ ਕਿਵੇਂ ਟੁੱਟੀ ਹੈ? ਜਦੋਂ ਅਸੀਂ ਬੁਰੇ ਬੋਲ ਬੋਲਦੇ ਆ। ਇਸੇ ਤਰ੍ਹਾਂ ਜਦੋਂ ਅਸੀਂ ਬੁਰੇ ਬੋਲ ਬੋਲਦੇ ਆ ਤੇ ਸਾਡੀ ਵੀ ਗੁਰੂ ਦੇ ਨਾਲੋਂ ਪ੍ਰੀਤ ਜਿਹੜੀ ਟੁੱਟ ਜਾਂਦੀ ਹੈ ਜੀ। ਦੁਰਮਤ ਪਰ ਹਰ ਸਾਡੀ ਢੋਲ। ਢੋਲ ਵੀ ਪਤੀ ਨੂੰ ਆਖਿਆ ਜਾਂਦਾ ਹੈ। ਪਤੀ ਨੇ ਵੇਖ ਲਿਆ ਦੁਰਮਤ, ਇਹ ਖੋਟੀ ਮਤ ਵਾਲੀ ਹੈ,
ਦੁਰਮਤ ਦਾ ਅਰਥ ਹੁੰਦਾ ਹੈ ਖੋਟੀ ਮਤ। ਦੁਰਮਤ ਪਰ ਹਰ ਛਾਡੀ ਢੋਲ, ਪਤੀ ਨੇ ਇਹਨੂੰ ਛੱਡਿਆ ਕਿਉਂ ਹੈ? ਕਿਉਂਕਿ ਇਹ ਖੋਟੀ ਮਤ ਵਾਲੀ ਸੀ। ਤੇ ਫਿਰ ਗੁਰੂ ਨੇ ਸਿੱਖ ਨੂੰ ਕਿਉਂ ਛੱਡ ਦਿੱਤਾ? ਗੁਰੂ ਨੇ ਵੇਖ ਲਿਆ ਇਹ ਸਿੱਖ ਜਿਹੜਾ ਖੋਟੀ ਮਤ ਵਾਲਾ ਹੈ ਜੀ। ਟੂਟੈ ਗੰਠ ਬੜਾ ਵਿਚਾਰ, ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੇ ਟੁੱਟ ਜਾਵੇ ਨਾ ਤੇ ਫਿਰ ਗੰਢ ਪੈ ਜਾਂਦੀ ਹੈ। ਪੈਂਦੀ ਕਿਵੇਂ? ਪੜੇ ਵਿਚਾਰ। ਜੇ ਗੁਰਸਿੱਖ ਵਿਚਾਰ ਵਾਲਾ ਹੋ ਜਾਵੇ, ਜੇ ਗੁਰਸਿੱਖ ਵਿਚਾਰਾਂ ਵਾਲਾ ਹੋ ਜਾਵੇ ਨਾ, ਗੁਰਬਾਣੀ ਦੀਆਂ ਵਿਚਾਰਾਂ ਨੂੰ ਧਾਰਨ ਕਰੇ, ਸੰਗਤ ਦੇ ਵਿੱਚ ਆਵੇ ਤੇ ਵਿਚਾਰਵਾਨ ਹੋ ਜਾਵੇ, ਤੇ ਫਿਰ ਆਪਸ ਦੇ ਵਿੱਚ ਭਾਈ ਜਿਹੜੀ ਗੰਢ ਹੈ, ਜੋੜ ਹੈ, ਫਿਰ ਪੈ ਜਾਂਦਾ ਹੈ ਜੀ। ਗੁਰ ਸ਼ਬਦੀ ਕਰ ਕਾਰਜ ਸਾਰ, ਗੁਰੂ ਦੇ ਸ਼ਬਦ ਦੇ ਨਾਲ ਅਸੀਂ ਆਪਣੇ ਸਰੀਰ ਦੇ ਸਾਰੇ ਕਾਰਜ ਨੇ ਨਾ ਜਿਹੜੇ, ਇਹਨਾਂ ਨੂੰ ਸ੍ਰੇਸ਼ਟ ਵੀ ਕਰ ਸਕਦੇ ਹਾਂ। ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਏ, ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਜੇ ਇਸ ਤਰ੍ਹਾਂ ਪ੍ਰੀਤ ਟੁੱਟ ਗਈ ਏ ਤੇ ਫਿਰ ਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਜਾਵੇ ਤੇ ਵਿਚਾਰਵਾਨ ਹੋ ਜਾਵੇ। ਵਿਚਾਰਵਾਨ ਹੋਇਆ ਗੁਰੂ ਕਿਰਪਾ ਕਰਦਾ, ਰਹਿਮਤ ਕਰਦਾ। ਗੁਰ ਸ਼ਬਦੀ ਘਰ ਕਾਰਜ ਸਾਰ, ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਇਹ ਸਰੀਰ ਦਾ ਜਿਹੜਾ ਕਾਰਜ ਹੈ ਇਹ ਭਾਈ ਰਾਸ ਕਰ ਲਈਦਾ ਹੈ ਜੀ। ਲਾਹਾ ਸਾਚ ਨਾ ਆਵੈ ਟੋਟਾ, ਜਦੋਂ ਅਸੀਂ ਸੱਚ ਦਾ ਲਾਹਾ ਲਵਾਂਗੇ ਤੇ ਫਿਰ ਕਦੇ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ ਹੈ ਜੀ। ਭਵਨ ਠਾਕੁਰ ਪ੍ਰੀਤਮ ਮੋਟਾ, ਤਿੰਨਾਂ ਭਵਨਾਂ ਦਾ ਮਾਲਕ ਹੈ ਮੇਰਾ ਅਕਾਲ ਪੁਰਖ ਵਾਹਿਗੁਰੂ, ਮੇਰਾ ਪ੍ਰੀਤਮ ਹੈ ਤੇ ਸਾਰਿਆਂ ਤੋਂ ਭਾਰੀ ਹੈ, ਵੱਡਾ ਹੈ ਜੀ। ਠਾਕੁਰ ਮਨੁਆ ਰੱਖੋ ਠਾਏ, ਇਹ 69ਵੀਂ ਪੌੜੀ ਤੇ ਆਪਾਂ ਆ ਚੁੱਕੇ ਹਾਂ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਇਸ ਪੌੜੀ ਦੇ ਵਿੱਚ ਸਾਨੂੰ ਇਹ ਆਖਿਆ ਵੀ ਸਾਨੂੰ ਆਪਣਾ ਮਨ ਇਹਨਾਂ ਜਿਹੜਾ ਇਹਨੂੰ ਠਕੋਰ ਕੇ ਰੱਖਣਾ ਚਾਹੀਦਾ ਹੈ, ਇਹਨੂੰ ਠਣਕਾ ਕੇ ਰੱਖਣਾ ਚਾਹੀਦਾ ਹੈ, ਇਹ ਮਨ ਨੂੰ ਠੋਕਰ ਮਾਰ ਕੇ ਰੱਖਣਾ ਚਾਹੀਦਾ ਹੈ। ਜਿਵੇਂ ਬੱਚਾ ਹੈ ਨਾ, ਬੱਚੇ ਨੂੰ ਅਸੀਂ ਪਿਆਰ ਕਰਦੇ ਹਾਂ, ਪਰ ਬੱਚਾ ਜਿਹੜਾ ਇਹਨੂੰ ਠੋਕਰ ਵੀ ਮਾਰਦੇ ਆ। ਭਗਤ ਕਬੀਰ ਜੀ ਨੇ ਬੜਾ ਸੁੰਦਰ ਇੱਕ ਦੋਹਰਾ ਲਿਖਿਆ ਕਬੀਰ ਸਾਗਰ ਗ੍ਰੰਥ ਦੇ ਅੰਦਰ। ਭਗਤ ਕਬੀਰ ਜੀ ਲਿਖਦੇ ਨੇ, ਸਿੱਖ ਕੁੰਭ ਗੁਰੂ ਘੁਮਿਆਰ ਹੈ। ਜਿਹੜਾ ਸਿੱਖ ਹੈ ਨਾ ਇਹ ਘੜਾ ਹੈ ਤੇ ਗੁਰੂ ਹੈ ਜਿਹੜਾ ਇਹ ਘੁਮਿਆਰ ਹੈ। ਸਿੱਖ ਕੁੰਭ ਗੁਰੂ ਘੁਮਿਆਰ ਹੈ, ਘੜ ਘੜ ਕਾਢੇ ਖੋਟ। ਜਿਵੇਂ ਘੁਮਿਆਰ ਆਪਣੇ ਘੜੇ ਨੂੰ ਘੜਨ ਲੱਗਦਾ ਤੇ ਘੜਦਾ ਘੜਦਾ ਉਹਦੀਆਂ ਸਾਰੀਆਂ ਕਮੀਆਂ ਦੂਰ ਕਰ ਦਿੰਦਾ ਹੈ। ਅੰਤਰ ਹੱਥ ਸਹਾਰ ਦੇ। ਹੁਣ ਜੇ ਬਾਹਰੋਂ ਚੋਟ ਮਾਰੇਗਾ ਨਾ ਤੇ ਘੜਾ ਅੰਦਰ ਨੂੰ ਚਿੱਬਾ ਹੋ ਜਾਏਗਾ, ਕਿਉਂਕਿ ਕੱਚਾ ਹੈ ਤੇ ਕੱਚੇ ਨੇ ਅੰਦਰ ਨੂੰ ਚਿੱਬ ਪੈ ਜਾਣਾ ਹੈ। ਕੱਚੀ ਮਿੱਟੀ ਹੈ, ਗਿੱਲੀ ਮਿੱਟੀ ਹੈ, ਜੇ ਪੱਕੀ ਨਹੀਂ ਹੈਗੀ ਤੇ ਫਿਰ ਉਹਨੂੰ ਅੰਦਰ ਹੱਥ ਵੀ ਰੱਖਣਾ ਪੈਂਦਾ ਹੈ ਤੇ ਬਾਹਰੋਂ ਥੱਪੜੇ ਦੇ ਨਾਲ ਉਹਨੂੰ ਠੋਕ ਕੇ ਨਾ, ਜਿੱਥੇ ਮਿੱਟੀ ਜ਼ਿਆਦਾ ਉੱਚੀ ਨੀਵੀਂ ਹੋਵੇ ਉਹਨੂੰ ਵੀ ਠੋਕ ਕੇ ਇਹ ਬਰਾਬਰ ਕਰਦਾ, ਜਿੱਥੇ ਚਿੱਬ ਹੋਵੇ ਉਹ ਵੀ ਕੱਢ ਦਿੰਦਾ ਤੇ ਅੰਦਰਲੇ ਪਾਸੇ ਇਹ ਹੱਥ ਰੱਖਦਾ ਹੈ। ਦਾਸ ਨੇ ਵੇਖਿਆ ਜਿਹੜਾ ਹੱਥ ਅੰਦਰ ਰੱਖਦਾ ਹੈ ਨਾ, ਉਸ ਹੱਥ ਦੇ ਵਿੱਚ ਇੱਕ ਮੁਲਾਇਮ ਜਿਹਾ ਕਾਫੀ ਗੁਦੜਾ ਜਿਹਾ ਬਣਾਇਆ ਕੱਪੜਾ ਹੁੰਦਾ ਹੈ। ਉਹ ਕੱਪੜੇ ਦੇ ਨਾਲ ਅੰਦਰੋਂ ਸਪੋਰਟ ਦਿੰਦਾ ਹੈ, ਉਹ ਸਪੋਰਟ ਦਿੰਦਾ ਤੇ ਬਾਹਰੋਂ ਥੱਪੜਾ ਮਾਰ ਕੇ ਚਿੱਬ ਕੱਢਦਾ ਹੈ। ਅੰਤਰ ਹੱਥ ਸਹਾਰ ਦੇ, ਬਾਹਰੋਂ ਬਾਹੇ ਚੋਟ, ਬਾਹਰੋਂ ਚੋਟਾਂ ਮਾਰ ਰਹੀ ਹੈ। ਹੁਣ ਜੇ ਕੋਈ ਅਣਜਾਣ ਬਾਹਰੋਂ ਵੇਖਦਾ ਨਾ, ਉਹਨੂੰ ਇਹ ਲੱਗਦਾ ਵੀ ਘੁਮਿਆਰ ਵੇਖੀ ਘੜੇ ਵਿਚਾਰੇ ਨੂੰ ਕੁੱਟੀ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਅਣਜਾਣ ਵੇਖਦਾ ਨਾ, ਉਹਨੂੰ ਇਹ ਲੱਗਦਾ ਵੀ ਗੁਰੂ ਹੈ ਜਿਹੜਾ ਆਪਣੇ ਸਿੱਖ ਨੂੰ ਤੰਗ ਕਰ ਰਿਹਾ ਹੈ, ਇਹਨੂੰ ਕਸਵੱਟੀ ਦੇ ਵਿੱਚ ਪਾ ਰਿਹਾ ਹੈ। ਪਰ ਅੰਤਰ ਹੱਥ ਸਹਾਰਦੇ, ਗੁਰੂ ਅੰਦਰੋਂ ਹੱਥ ਦਾ ਸਹਾਰਾ ਦਿੰਦਾ, ਟੁੱਟਣ ਵੀ ਨਹੀਂ ਜੇ ਦਿੰਦਾ, ਆਪਣੇ ਨਾਲ ਜੋੜ ਕੇ ਵੀ ਰੱਖਦਾ ਹੈ। ਤੇ ਘੜੇ ਦੀ ਤਰ੍ਹਾਂ ਫਿਰ ਗੁਰੂ ਆਪਣੇ ਗੁਰਸਿੱਖ ਦੇ ਸਾਰੇ ਚਿੱਬ ਵੀ ਕੱਢ ਦਿੰਦਾ ਹੈ। ਠਾਕੋ ਮਨੁਆ ਰੱਖੋ ਠਾਏ। ਠਾਕੋ ਦਾ ਅਰਥ ਹੁੰਦਾ ਠਕੋਰ ਕੇ ਰੱਖਣਾ। ਜਿਵੇਂ ਆਪਾਂ ਕੋਈ ਦਿਹਾੜੀਆ ਰੱਖਣਾ ਹੋਵੇ ਜਾਂ ਕੋਈ ਨੌਕਰ ਪਾਲੀ ਘਰੇ ਰੱਖਣਾ ਹੋਵੇ ਨਾ, ਜਾਂ ਕੋਈ ਜਿਵੇਂ ਇੱਥੇ ਆਪਾਂ ਕੋਈ ਸੇਵਾਦਾਰ ਰੱਖਣਾ ਹੋਵੇ ਤੇ ਪਹਿਲੋਂ ਆਪਾਂ ਉਹਨੂੰ ਠੋਕਰ ਲੈਂਦੇ ਆ ਵੀ ਇੱਥੇ ਰਹਿਣ ਦੇ ਯੋਗ ਹੈ ਕਿ ਨਹੀਂ, ਇਹਦੇ 'ਚ ਸਮਰੱਥਾ ਹੈਗੀ, ਇੱਥੇ ਰਹਿ ਸਕਦਾ ਕਿ ਨਹੀਂ। ਐਵੇਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਅਸੀਂ ਆਪਣੇ ਮਨ ਨੂੰ ਠੋਕਰ ਕੇ ਰੱਖਣਾ ਹੈ ਜੀ। ਠੈਕ ਮੁਈ ਅਵਗਨ ਪਛਤਾਏ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਠਾਕੋ ਮਨਵਾ ਰੱਖੋ ਠਾਏ। ਮਨ ਨੂੰ ਠਕੋਰ ਕੇ ਤੇ ਟਿਕਾਣੇ ਤੇ ਰੱਖਣਾ ਕਰੋ। ਠਹਿਕ ਮੋਈ ਅਵਗੁਣ ਪਛਤਾਏ। ਜੇ ਇਹ ਮਨ ਲੋਕਾਂ ਦੇ ਨਾਲ ਹੀ ਠਹਿਕਦਾ ਰਹੇਗਾ ਨਾ, ਠਹਿਕ ਦਾ ਅਰਥ ਲੜਾਈ ਬਣ ਗਈ ਏ। ਠਹਿਕ ਮੋਈ ਅਵਗੁਣ ਪਛਤਾਏ, ਜੇ ਮਨ ਲੋਕਾਂ ਦੇ ਨਾਲ ਹੀ ਠਹਿਕਦਾ ਰਹੇਗਾ ਤੇ ਫਿਰ ਇਹ ਵੱਡਾ ਅਵਗੁਣ ਹੈ, ਇਹਦਾ ਸਾਨੂੰ ਪਛਤਾਵਾ ਹੋ ਜਾਣਾ ਹੈ ਜੀ। ਠਾਕਰ ਏਕ ਸਵਾਈ ਨਾਰ, ਕਿਉਂਕਿ ਉਹ ਪ੍ਰਭੂ
ਪਰਮਾਤਮਾ ਸਾਰਿਆਂ ਦਾ ਮਾਲਕ ਹੈ ਤੇ ਅਸੀਂ ਸਾਰੇ ਉਸ ਦੇ ਨਾਲ ਭਾਵ ਜਿਗਿਆਸੂ ਹਾਂ ਜੀ। ਬਹੁਤੇ ਵੇਸ ਕਰੇ ਗੁੜਿਆਰ, ਜਿਹੜੇ ਸਰੀਰ ਦੇ ਉੱਤੇ ਵੇਸ ਜ਼ਿਆਦਾ ਕਰਨੇ ਨੇ ਨਾ, ਇਹ ਝੂਠੇ ਬੰਦੇ ਨੂੰ ਲੋੜ ਪੈਂਦੀ ਹੈ, ਸੱਚੇ ਨੂੰ ਇਸ ਦੀ ਲੋੜ ਨਹੀਂ ਪੈਂਦੀ, ਕਿਉਂਕਿ ਢਕਣਾ ਪੈਂਦਾ ਹੈ ਗੰਦਗੀ ਨੂੰ, ਕਦੇ ਖੁਸ਼ਬੂ ਸੁਗੰਧੀ ਨੂੰ ਨਹੀਂ ਢਕਿਆ ਜਾਂਦਾ। ਇਹ ਤਾਂ ਆਪਾਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਵੀ ਵੇਖੋ, ਅਤਰ ਸੈਂਟ ਜਿਹੜੇ ਛਿੜਕਦੇ ਆ ਤੇ ਆਦਿ ਕਾਲ ਤੋਂ ਛਿੜਕਦੇ ਆਏ ਨੇ, ਗੁਰੂ ਮਹਾਰਾਜ ਜੀ ਦੇ ਕਾਲ ਸਮੇਂ ਦੇ ਵਿੱਚ ਵੀ ਗੁਰੂ ਜੀ ਰਹਿਮਤ ਕਰਦੇ ਨੇ। ਬਹੁਤੇ ਵੇਸ ਸਰੀਰ ਦੇ ਉੱਤੇ ਜ਼ਿਆਦਾ ਭੇਖ ਜਿਹੜੇ ਧਾਰਨੇ ਨੇ ਕਰੇ ਕੁੜਿਆਰ, ਇਹ ਝੂਠਾ ਬੰਦਾ ਹੈ ਜਿਹੜਾ ਉਹਦੇ ਕੰਮ ਹਨ। ਪਰ ਕਰ ਜਾਤੀ ਠਾਕਰ ਹਾਏ, ਇਹ ਮਨ ਇਹਨਾਂ ਜਿਹੜਾ ਇਹਨੂੰ ਇਸ ਤਰ੍ਹਾਂ ਠਕੋਰ ਕੇ ਰੱਖਣਾ, ਜਦੋਂ ਇਹ ਪਰਾਏ ਘਰਾਂ ਦੇ ਵਿੱਚ ਜਾਵੇ। ਹੁਣ ਪਰਾਏ ਘਰਾਂ ਤੋਂ ਭਾਵ ਪਰਾਏ ਸਰੀਰ, ਵੀ ਉਹ ਵੇਖੀ ਕਿਵੇਂ ਖਾਂਦਾ ਹੈ, ਉਹ ਵੇਖੀ ਕਿਵੇਂ ਵੇਖਦਾ ਹੈ, ਉਹ ਵੇਖੀ ਕਿਵੇਂ ਬੋਲਦਾ ਹੈ। ਪਰ ਕਰ ਜਾਤੀ ਠਾਕਰ ਹਾਈ, ਇਸ ਮਨ ਨੂੰ ਪਰਾਇਆਂ ਦੀ ਜਿਹੜੀ ਇਸ ਤਰ੍ਹਾਂ ਦੀ ਨਿੰਦਿਆ ਚੁਗਲੀ ਜਾਂ ਵਡਿਆਈ ਹੈ ਉਧਰ ਰੋਕ ਕੇ ਰੱਖਣਾ ਹੈ। ਮਹਿਲ ਬੁਲਾਈ ਠਾਕ ਨਾ ਪਾਈ, ਜੇ ਅਸੀਂ ਇਸ ਗੁਣ ਦੇ ਧਾਰਨੀ ਹੋ ਜਾਵਾਂਗੇ, ਆਪਣੇ ਮਨ ਨੂੰ ਠਕੋਰ ਕੇ ਆਪਣੇ ਸਰੀਰ ਦੇ ਵਿੱਚ ਰੱਖਾਂਗੇ, ਤੇ ਫਿਰ ਗੁਰੂ ਕਿਰਪਾ ਕਰੇਗਾ, ਮਹਿਲ ਬੁਲਾਈ ਸਾਨੂੰ ਆਪਣੇ ਸਰੂਪ ਦੇ ਵਿੱਚ ਬੁਲਾ ਲਵੇਗਾ। ਠਾਕ ਨਾ ਪਾਈ, ਫਿਰ ਕੋਈ ਰੋਕਣ ਵਾਲਾ ਵੀ ਨਹੀਂ। ਆਪਣ ਭਾਵਨ ਗੁਰਬਾਣੀ ਦੇ ਅੰਦਰ ਤੁਕ ਆਉਂਦੀ ਹੈ ਥੋੜੀ, ਮੈਨੂੰ ਵਿਸਰ ਗਏ ਨਹੀਂ ਕਿਸੇ ਕੋ ਬਾਪੋ। ਉੱਥੇ ਭਗਤ ਜੀ ਕਹਿੰਦੇ ਨੇ ਉਹ ਪਰਮਾਤਮਾ ਹੈ ਨਾ ਜਿਹੜਾ, ਉਹ ਕਿਸੇ ਦੇ ਪਿਓ ਦਾ ਮੁੱਲ ਨਹੀਂ ਖਰੀਦਿਆ ਹੋਇਆ। ਭਾਵਨ ਕੋ ਹੈ ਰਾਜਾ, ਭਾਵਨਾ ਦਾ ਭੁੱਖਾ ਹੈ ਪ੍ਰਭੂ ਪਰਮਾਤਮਾ। ਜਿਸ ਦੇ ਅੰਦਰ ਭਾਵਨਾ ਹੈ ਉਹ ਭਾਵੇਂ ਕਿਸੇ ਵੀ ਜਾਤ ਦੇ ਵਿੱਚ, ਕਿਸੇ ਵੀ ਤਰ੍ਹਾਂ ਦੇ ਸਰੀਰ ਦੇ ਵਿੱਚ ਭਾਵਨਾ ਨੂੰ ਭਾਗ ਲੱਗ ਜਾਂਦੇ ਨੇ। ਉਹ ਕਿਸੇ ਦੇ ਪਿਓ ਦਾ ਮੁੱਲ ਨਹੀਂ ਖਰੀਦਿਆ ਹੋਇਆ ਵੀ ਸਾਡੀ ਜੱਦੀ ਜਾਇਦਾਦ ਤੇ ਸਾਡੇ ਕੋਲ ਹੀ ਰਹੇਗਾ। ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਠਾਕ ਨਾ ਪਾਈ, ਜਿਨ੍ਹਾਂ ਨੇ ਆਪਣੇ ਮਨ ਨੂੰ ਠਕੋਰ ਕੇ ਆਪਣੇ ਸਰੀਰ ਦੇ ਵਿੱਚ ਰੱਖਿਆ ਤੇ ਉਹਨਾਂ ਨੂੰ ਪ੍ਰਭੂ ਪਰਮਾਤਮਾ ਫਿਰ ਆਪਣੇ ਬਣਾ ਲੈਂਦਾ ਹੈ। ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾ ਸਕਦਾ ਹੈ ਜੀ। ਸ਼ਬਦ ਸਵਾਰੀ ਸਾਚ ਪਿਆਰੀ, ਇਹ ਸਵਾਰ ਹੈ ਜਿਹੜਾ ਸਾਡੇ ਸਰੀਰ ਦਾ, ਇਹ ਸਫਾਈ ਹੈ ਜਿਹੜੀ ਇਹ ਸ਼ਬਦ ਦੇ ਨਾਲ ਹੋਣੀ ਹੈ। ਸਵਾਰੀ ਦਾ ਅਰਥ ਹੁੰਦਾ ਸਵਾਰਨਾ, ਜਿਵੇਂ ਕੱਪੜੇ ਨੂੰ ਸਵਾਰਦੇ ਆ, ਸਰੀਰ ਨੂੰ ਸਵਾਰਦੇ ਆ, ਚੰਗਾ ਕਰਨਾ। ਸ਼ਬਦ ਸਵਾਰੀ ਸਾਚ ਪਿਆਰੀ, ਜਿਹਨੂੰ ਸੱਚ ਪਿਆਰਾ ਲੱਗਦਾ ਨਾ, ਉਹ ਸ਼ਬਦ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ ਆਪਣੇ ਜੀਵਨ ਨੂੰ ਸਵਾਰ ਲੈਂਦਾ ਹੈ ਜੀ। ਸਾਈ ਸੁਹਾਗਨ ਠਾਕੁਰ ਤਾਰੀ, ਤੇ ਉਹ ਪ੍ਰਾਪਤੀ ਵਾਲਾ ਹੋ ਗਿਆ, ਉਸਨੇ ਪ੍ਰਭੂ ਪਰਮਾਤਮਾ ਨੂੰ ਆਪਣੇ ਅੰਦਰ ਧਾਰ ਲਿਆ। ਠਾਕੁਰ ਧਾਰੀ, ਉਸ ਵਾਹਿਗੁਰੂ ਨੇ ਉਸ ਨੂੰ ਧਾਰਨ ਕਰ ਲਿਆ, ਆਪਣਾ ਬਣਾ ਲਿਆ ਤੇ ਉਹ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਪ੍ਰਾਪਤੀ ਵਾਲਾ ਹੋ ਗਿਆ। 29 ਪੌੜੀਆਂ ਤੱਕ ਆਪ ਸੰਗਤ ਦੀ ਸੇਵਾ ਹੋਈ ਹੈ। ਗੁਰੂ ਮਹਾਰਾਜ ਜੀ ਰਹਿਮਤ ਕਰਨ, ਸੱਚੇ ਸਤਿਗੁਰ ਨੇ ਜੋ ਸਾਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਹ ਸਾਡੇ ਹਿਰਦੇ ਦੇ ਵਿੱਚ ਵੀ ਰੁਕੇ, ਸਾਡੇ ਅੰਦਰ ਵੀ ਰੁਕੇ, ਤੇ ਅਸੀਂ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਗਿਆਨ ਦੀ ਪ੍ਰਾਪਤੀ ਵਾਲੇ ਹੋ ਕੇ ਆਪਣਾ ਜੀਵਨ ਸਫਲਾ ਕਰ ਲਈਏ। ਦੇਹੋ ਸੱਜਣ ਆਸੀਸੜੀਆ, ਜੋ ਹੋਏ ਸਹਿਬ ਸਿਓ ਮੇਲ। ਪਰ ਕਰ